दोस्तों प्रोग्राम च अज विषय रहूगा सियासत। वैसे तो नित सियासत ते गलबात करते हैं। हुण कई दिनों तो विच गल चलदी है कि भाई भतीजावाद के परिवारवाद सियासत ते भारू हो गया। कदों तो आह परिवारवाद सियासत ते भारू हो गया। जो तीजा धड़ा आउंदा भावें कोई भी किसी भी रूप के तीजा धड़ा आवे, वो आके गल करते हैं कि आम घरां दे जो धीआं पुत्त ने वो MLA MP क्यों नहीं बनते हैगे, ਉਹ सियासतदान क्यों नहीं बनते हैगे। परिवारवाद ते गल रहूगी, भाई भतीजावाद ते गल रहूगी, कई सियासी पार्टियां दा जिक्र भी होऊगा। सारा समझांगे कदों तो ਚੱਲਿਆ, नुकसान है ਇਹਦਾ, फायदा एक कुनबे के हत्थ दे विच सूबे दी देश दी सियासतां क्यों हुंदियां ने। ਧਾਲੀਵਾਲ साहब जी, भावें तां तुसीं MLA लै लो, मैंबर पार्लीमेंट, मुख मंत्री तक लै लो जी, एक परिवार ही क्यों काबज हुंदा जा रहा। सब तो पहला इत्थों कि असल दे विच जो ये ਚੱਲਣ शुरू होया परिवारवाद ਦਾ कदों तो शुरू होया ये। देखो कई किस्म ਦੀਆਂ ਗੱਲਾਂ ਨੇ ਚ ਪਰਿਵਾਰਵਾਦ ਦਾ ਚੱਲਣ ਜਿਹੜਾ ਵਿਰੋਧੀ ਧਿਰਾਂ ਵੱਲੋਂ ਦੋਸ਼ ਲਾਇਆ ਜਾਂਦਾ ਹੈ, ਉਹ ਤਾਂ ਇਹ ਕਿਹਾ ਜਾਂਦਾ ਹੈ ਕਿ ਜੀ ਨਹਿਰੂ ਖਾਨਦਾਨ ਤੋਂ ਸ਼ੁਰੂ ਹੋ ਗਿਆ, ਕਿ ਨਹਿਰੂ ਖਾਨਦਾਨ ਤੋਂ ਜਿਹੜਾ ਅਗਲਾ ਪ੍ਰਧਾਨ ਮੰਤਰੀ ਹੈ ਉਹ ਨਹਿਰੂ ਦੀ ਬੇਟੀ ਆ ਗਈ, ਉਸ ਤੋਂ ਅੱਗੇ ਉਹਨਾਂ ਦੇ ਬੱਚੇ ਆ ਗਏ, ਉਸ ਤੋਂ ਅੱਗੇ ਉਹਨਾਂ ਦੇ ਵੀ ਬੱਚੇ ਤਿਆਰ ਨੇ, ਕਿ ਇਹ ਉਦੋਂ ਤੋਂ ਸ਼ੁਰੂ ਹੋ ਗਿਆ। ਪਰੰਤੂ ਇਹਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ। ਮੈਂ ਇਸ ਤਰ੍ਹਾਂ ਦੇਖਦਾ ਕਿ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਬਣਨ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਕਾਂਗਰਸ ਪਾਰਟੀ ਨੇ ਜੋ ਯੋਗਦਾਨ ਪਾਇਆ, ਉਹ ਕਾਂਗਰਸ ਪਾਰਟੀ ਦੇ ਇੱਕ ਵੱਡੇ ਕੱਦਾਵਰ ਸੀਨੀਅਰ ਲੀਡਰ ਸੀ। ਉਦੋਂ ਉਹਨਾਂ ਦੇ ਬਰਾਬਰ ਦੇ ਹੋਰ ਵੀ ਕੋਈ ਲੀਡਰ ਸੀ, ਪਰੰਤੂ ਉਹਦੇ ਵਿੱਚ ਜਿਵੇਂ ਕਿਵੇਂ ਪ੍ਰਧਾਨ ਮੰਤਰੀ ਉਹ ਬਣ ਗਏ, ਕਿਉਂਕਿ ਪ੍ਰਧਾਨ ਮੰਤਰੀ ਇੱਕ ਨੇ ਬਣਨਾ ਸੀ। ਅੱਜ ਵੀ ਕੁਝ ਪਾਰਟੀਆਂ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਪਟੇਲ ਨੂੰ ਨਹੀਂ ਬਣਨ ਦਿੱਤਾ ਗਿਆ, ਜਾਂ A ਨੂੰ ਨਹੀਂ ਬਣਨ ਦਿੱਤਾ ਗਿਆ, ਜਾਂ B ਨੂੰ ਨਹੀਂ ਬਣਨ ਦਿੱਤਾ ਗਿਆ, ਜਾਂ ਰਾਸ਼ਟਰਪਤੀ ਜਿਹੜੇ ਬਾਬੂ ਰਾਜਿੰਦਰ ਪ੍ਰਸਾਦ ਜੀ ਉਹਨਾਂ ਦਾ ਵੀ ਬਹੁਤ ਵੱਡਾ ਕੱਦ ਸੀ। ਇਹ ਸੱਚ ਗੱਲ ਹੈ ਕਿ ਉਦੋਂ ਕਈ ਲੋਕਾਂ ਦਾ ਕੱਦ ਵੱਡਾ ਸੀ। ਇਹ ਇਕੱਲੀ ਉਸ ਪਾਰਟੀ ਵਿੱਚ ਨਹੀਂ, ਜਦੋਂ BJP 'ਚ ਵੀ ਕਹਾਂਗੇ ਕਿ ਜਦੋਂ ਅਡਵਾਨੀ ਜੀ ਤੇ ਵਾਜਪਾਈ ਜੀ ਉਹਨਾਂ ਦਾ ਕੱਦ ਬਹੁਤ ਵੱਡਾ ਸੀ, ਉਦੋਂ ਮੁਰਲੀ ਮਨੋਹਰ ਜੀ ਵੀ ਬਰਾਬਰ ਦੇ ਕੰਟੈਸਟੈਂਟ ਸੀ, ਕਈ ਲੋਕਾਂ ਦਾ ਕੱਦ ਵੱਡਾ ਸੀ। ਪਰੰਤੂ ਅੱਜ ਜੇ ਅਸੀਂ ਦੇਖੀਏ, ਅੱਜ ਮੋਦੀ ਜੀ ਤੋਂ ਬਿਨਾਂ ਕਿਸੇ ਦਾ ਕੱਦ ਵੱਡਾ ਨਹੀਂ। ਇਸੇ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਨਹਿਰੂ ਜੀ ਬਣ ਗਏ ਪ੍ਰਧਾਨ ਮੰਤਰੀ ਤਾਂ ਉਸ ਸਮੇਂ ਦੇ ਦੌਰਾਨ ਉਹਨਾਂ ਦਾ ਕੱਦ ਵੱਡਾ ਹੋ ਗਿਆ। ਕੱਦ ਵੱਡੇ ਦੇ ਦੌਰਾਨ ਵੀ ਨਹਿਰੂ ਮਰਨ ਤੋਂ ਬਾਅਦ ਖਾਨਦਾਨੀ ਨਹੀਂ ਚੱਲਿਆ। ਨਹਿਰੂ ਜੀ ਦੇ ਮਰਨ ਤੋਂ ਤੁਰੰਤ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਨੇਤਾ ਬਣੇ ਜੀ, ਉਹ ਪ੍ਰਧਾਨ ਮੰਤਰੀ ਬਣੇ। ਇਹ ਮੌਕਾ ਜਿਹੜਾ ਇੰਦਰਾ ਗਾਂਧੀ ਨੂੰ ਮਿਲਿਆ, ਇਹ ਤੇ ਫਿਰ ਉਹਨਾਂ ਦੀ ਮ੍ਰਿਤੂ ਤੋਂ ਬਾਅਦ ਆ ਕੇ ਇੰਦਰਾ ਗਾਂਧੀ ਨੂੰ ਮੌਕਾ ਮਿਲਿਆ। ਹਾਂ, ਇੰਦਰਾ ਗਾਂਧੀ ਨੇ ਆਪਦੇ ਪੀਰੀਅਡ ਦੇ ਵਿੱਚ ਜਿਹੜਾ ਸੰਜੇ ਗਾਂਧੀ ਨੂੰ ਲੀਡਰ ਦੇ ਤੌਰ ਤੇ ਉਭਾਰਨਾ, ਮੈਨੂੰ ਇਹ ਲੱਗਦਾ ਹੈ ਕਿ ਇਹ ਪਿਤਾ ਪੁਰਖੀ ਚੱਲਣ ਸੀ। ਇਸ ਤੋਂ ਪਹਿਲਾਂ ਜੋ ਨਹਿਰੂ ਜੀ ਨੇ ਕੀਤਾ, ਉਦੋਂ ਇੰਦਰਾ ਗਾਂਧੀ ਨਹਿਰੂ ਜੀ ਦੇ ਨਾਲ ਤੁਰਦੀ ਸੀ, ਅੰਦੋਲਨਾਂ ਵੇਲੇ ਵੀ ਉਹ ਨਾਲ ਦਿਖਾਈ ਦਿੰਦੀ ਹੈ ਕਿਤੇ ਨਾ ਕਿਤੇ, 47 ਤੋਂ ਪਹਿਲਾਂ ਵੀ। ਇਸ ਕਰਕੇ ਉਹਨੂੰ ਇਹ ਕਹਿਣਾ ਵੀ ਉਹ ਇੱਕਦਮ ਲੀਡਰ ਨਹੀਂ ਬਣੀ, ਉਹ ਆਹਿਸਤਾ ਆਹਿਸਤਾ ਲੀਡਰ ਬਣੀ। ਲੇਕਿਨ ਸੰਜੇ ਗਾਂਧੀ ਨੂੰ ਇੱਦਾਂ ਲੱਗ ਰਿਹਾ ਕਿ ਪਹਿਲਾਂ ਤੋਂ ਹੀ ਇਹ ਸੋਚ ਕੇ ਕਿ ਅਗਲਾ ਜਿਹੜਾ ਸਾਡਾ ਇਹ ਸਕਸੈਸਰ ਹੋਏਗਾ, ਜਾਨਸ਼ੀਨ ਹੋਏਗਾ, ਉਹਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਇਹ ਹੋਇਆ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਇਹ ਚੱਲਣ ਹੌਲੀ-ਹੌਲੀ ਤੁਰਦਾ ਗਿਆ। ਇਹਦਾ ਇੱਕ ਕਾਰਨ ਇਹ ਹੋਇਆ ਕਿ ਜਦੋਂ 47 ਤੋਂ ਬਾਅਦ ਕਾਂਗਰਸ ਪਹਿਲੀ ਵਾਰੀ ਆਈ ਤਾਂ ਕੁਦਰਤੀ ਹੈ ਲਗਭਗ 47 ਤੋਂ ਇਹ ਕਹਿ ਲਓ ਕਿ 20 ਤੋਂ 25 ਸਾਲ ਬਾਅਦ ਅਗਲੀ ਜਨਰੇਸ਼ਨ ਨੇ ਜਦੋਂ ਆਉਣਾ ਸੀ, ਜਦੋਂ ਉਹ ਪਿੰਡ ਖਾਲੀ ਪਾਇਆ ਗਿਆ, ਉਹ ਖਾਲੀ ਥਾਂ ਦੀ ਭਰਪਾਈ ਕਰਨੀ ਸੀ, ਉਦੋਂ ਵੱਡੇ ਲੀਡਰਾਂ ਦੇ ਬੱਚੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ। ਇਹ ਕਹਿਣ ਦੀ ਗੱਲ ਹੈ ਜਦੋਂ ਦੇਖਣ ਨੂੰ ਲੱਗਦਾ ਵੱਡੇ ਅਹੁਦੇ ਤੇ ਪ੍ਰਧਾਨ ਮੰਤਰੀ ਦੇ ਤੇ ਕਿ ਉਹ ਹੋ ਗਏ। ਇੱਕ ਤਾਂ ਜਿਹੜੇ ਬੰਦੇ ਦੋਸ਼ ਲਾਉਂਦੇ ਨੇ, ਇਹਦੇ ਵਿੱਚ ਸੱਚ ਮੈਨੂੰ ਇਹ ਲੱਗਦਾ ਹੈ ਕਿ ਇਸ ਦੀ ਬਜਾਏ ਜੇ ਇਹਨੂੰ ਦੂਜੀ ਤਰ੍ਹਾਂ ਘੋਖੀਏ ਕਿ ਇੱਕ ਸਮੇਂ ਤੋਂ ਬਾਅਦ, ਜੋ ਮੈਨੂੰ ਇਹ ਲੱਗਦਾ ਹੈ ਕਿ 80ਆਂ ਤੋਂ ਬਾਅਦ ਜਿਹੜਾ ਸਰਕਾਰ ਦੇ ਵਿੱਚ ਜਿਹੜੇ ਲੀਡਰ ਸੀ ਕਿ ਉਹਦੇ ਵਿੱਚ ਪੈਸੇ ਦਾ ਚੱਲਣ ਬਹੁਤ ਆ ਗਿਆ। 1980 ਤੋਂ ਬਾਅਦ
ਜਦੋਂ ਵੀ ਪੜ੍ਹਦੇ ਹਾਂ ਕਿ ਬਹੁਤ ਲੋਕ ਇੱਦਾਂ ਦੇ ਮਿਲਣਗੇ ਕਿ ਜਿਹੜੇ ਸਿਆਸਤ 'ਚ ਆਉਣ ਕਰਕੇ ਬਹੁਤ ਜ਼ਿਆਦਾ ਅਮੀਰ ਹੋ ਗਏ ਤੇ ਉਹ ਪੈਸੇ ਦਾ ਜਿਹੜਾ ਮੋਹ ਸੀ ਉਹ ਕਿਸੇ ਨੂੰ ਇਹ ਲੱਗਿਆ ਕਿ ਹੁਣ ਇਹ 'ਚ ਇੰਨਾ ਪੈਸਾ ਹੈ, ਇਹ ਕੋਈ ਹੋਰ ਨਾ ਲੈ ਜਾਵੇ, ਇਹ ਆਪਣੇ ਪਰਿਵਾਰ 'ਚ ਹੀ ਰਵੇ। ਤੇ ਉਸ ਤਰ੍ਹਾਂ ਫਿਰ ਉਹਨਾਂ ਨੇ ਇਸ ਸਿਸਟਮ ਦੇ ਵਿੱਚ ਆਪਣੇ ਪਰਿਵਾਰ 'ਚੋਂ ਬੰਦੇ ਖੜੇ ਕਰਨੇ ਸ਼ੁਰੂ ਕਰ ਦਿੱਤੇ। ਤੇ 2000 ਤੋਂ ਬਾਅਦ, ਸਨ 2000 ਤੋਂ ਬਾਅਦ, 80 ਤੋਂ ਬਾਅਦ ਤਾਂ ਇਦਾਂ ਦਾ ਟ੍ਰੈਂਡ ਸੀ, 2000 ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਹੁਣ ਇਹ ਪੱਕਾ ਹੋ ਗਿਆ। ਕਹਿਣ ਨੂੰ ਐਂ ਲੱਗ ਰਿਹਾ, ਦੇਖੋ ਹਾਲੇ ਦੋਸ਼ ਲਾਉਣਾ ਬਹੁਤ ਔਖਾ ਹੈ। ਆਮ ਆਦਮੀ ਪਾਰਟੀ ਦੇ ਲੋਕ ਨੇ, ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਵਜੋਂ ਉੱਭਰੀ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ, ਮੈਨੂੰ ਖਾਸੀ ਹੋਸ਼ ਹੈ ਕਿ 1975 ਦੇ ਵਿੱਚ ਐਮਰਜੈਂਸੀ ਲੱਗੀ, 77 ਦੇ ਵਿੱਚ ਇੱਕ ਵੱਡੀ ਤਬਦੀਲੀ ਆਈ, ਕਾਂਗਰਸ ਤੇ ਕੁਣਬਾ ਪਰਬਰੀ ਦਾ ਦੋਸ਼ ਲੱਗਿਆ, ਇੱਕੋ ਪਰਿਵਾਰਵਾਦ ਦਾ ਦੋਸ਼ ਲੱਗਿਆ। ਪਰੰਤੂ ਉਸ ਤੋਂ ਬਾਅਦ ਜਿਹੜੇ ਵੱਡੇ ਲੀਡਰ ਉੱਥੇ ਆਏ, ਉਹਦੇ ਵਿੱਚ ਉਸ ਸਮੇਂ ਚੌਧਰੀ ਦੇਵੀ ਲਾਲ ਮੁੱਖ ਮੰਤਰੀ ਬਣੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ। ਮੈਂ ਇਹਨਾਂ ਦੋਨੇ ਨੇਤਾਵਾਂ ਦੇ ਮੂੰਹੋਂ ਇਹ ਗੱਲ ਬਹੁਤ ਜ਼ੋਰ ਨਾਲ ਸੁਣੀ ਹੈ ਖੁਦ ਕਿ ਜੀ ਇਹ ਤਾਂ ਕੁਣਬਾ ਪਰਬਰੀ ਹੋ ਗਈ, ਇਹ ਤਾਂ ਇੱਕੋ ਪਰਿਵਾਰ ਦਾ ਰਾਜ ਹੋ ਗਿਆ, ਕਾਂਗਰਸ ਦੇ ਵਿੱਚ ਕੱਲੀ ਇੰਦਰਾ ਗਾਂਧੀ ਦਾ ਰਾਜ ਹੋ ਗਿਆ, ਫਿਰ ਇਹਦਾ ਮੁੰਡਾ, ਫਿਰ ਅੱਗੇ ਤਾਂ ਤਿਆਰੀ ਹੋ ਗਈ ਜੀ ਨਹਿਰੂ ਤੋਂ ਬਾਅਦ। ਪਰੰਤੂ ਜੋ ਕੁਛ ਇਹ ਕਹਿੰਦੇ ਸੀ ਉਸ ਤੋਂ ਵੀ ਵੱਧ ਚੜ ਕੇ ਇਹਨਾਂ ਦੋਵਾਂ ਨੇਤਾਵਾਂ ਨੇ ਕੀਤਾ। ਇਹਨਾਂ ਜਿੰਨੀ ਕੁਣਬਾ ਪਰਬਰੀ ਕਿਤੇ ਨਹੀਂ ਹੋਈ। ਮੈਂ ਦੋ ਬੰਦੇ ਸਮਝਦਾ ਸਭ ਤੋਂ ਜ਼ਿਆਦਾ, ਜੇ ਆ ਤਿੰਨ ਬੰਦੇ ਨੇ, ਇੱਕ ਤੇ ਕਰੁਣਾਨਿਧੀ ਮੁੱਖ ਮੰਤਰੀ ਤਮਿਲਨਾਡੂ ਦੇ, ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇੱਕ ਚੌਧਰੀ ਦੇਵੀ ਲਾਲ ਜੀ। ਔਰ ਇਹਨਾਂ ਦੇ ਵਿੱਚ ਕਮਾਲ ਦੀ ਗੱਲ ਇਹ ਹੈ, ਜੇ ਆਪਾਂ ਪਰਿਵਾਰਵਾਦ ਨੂੰ ਲਈਏ, ਕਿ ਉਹ ਪਰਿਵਾਰ ਦੇ ਇੱਕ ਮੈਂਬਰ ਨੂੰ ਇੱਕ ਪਾਰਟੀ ਦੇ ਵਿੱਚ ਉੱਭਰ ਆਇਆ ਉਹ, ਤੇ ਜਦੋਂ ਉਸ ਪਾਰਟੀ 'ਚ ਉਹਨੂੰ ਥਾਂ ਨਹੀਂ ਮਿਲੀ ਤਾਂ ਦੂਜੀ ਪਾਰਟੀਆਂ ਨੇ ਜਿਨ੍ਹਾਂ ਨੇ ਦੋਸ਼ ਲਾਇਆ ਕਿ ਇਹ ਕੁਣਬਾ ਪਰਬਰੀ ਹੈ, ਇਹ ਭਾਈ ਭਤੀਜਾਵਾਦ ਹੈ, ਇਹ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਹੈ, ਤੇ ਉਹਨਾਂ ਨੇ ਉਹਨਾਂ ਨੂੰ ਭੱਜ ਕੇ ਲੈ ਲਿਆ। ਹੁਣ ਤੁਸੀਂ ਦੇਖੋ, ਚੌਧਰੀ ਦੇਵੀ ਲਾਲ ਦੇ ਬੇਟੇ ਸੀ, ਉਹਨਾਂ ਦੋਏ ਬੇਟਿਆਂ ਦੀ ਆਪਸ ਵਿੱਚ ਕੋਈ ਥੋੜੀ ਜੀ ਲੜਾਈ ਲੱਗੀ ਉਦੋਂ, ਜਾਂ ਮਤਭੇਦ ਹੋਏ ਜਦੋਂ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਚਲੋ ਫਿਰ ਵੀ ਉਹ ਨਾਲ ਚੱਲੇ। ਉਸ ਤੋਂ ਅੱਗੇ ਫਿਰ ਜਿਹੜਾ ਉਹਨਾਂ ਦਾ ਇੱਕ ਭਰਾ ਸੀ ਰਣਜੀਤ ਸਿੰਘ, ਉਹ ਕਾਂਗਰਸ 'ਚ ਚਲੇ ਗਿਆ, ਉਹ ਕਾਂਗਰਸ 'ਚ ਵੀ ਲੀਡਰ ਬਣ ਗਿਆ। ਫਿਰ ਉਹ ਕਾਂਗਰਸ ਛੱਡ ਕੇ ਫਿਰ ਉਹਨੇ ਆਪਣੀ ਪਾਰਟੀ ਬਣਾ ਲਈ ਤੇ ਆਪਣੀ ਪਾਰਟੀ ਬਣਾ ਕੇ ਵੀ ਲੀਡਰ ਬਣ ਗਿਆ। ਹੁਣ ਫਿਰ ਉਹ ਮੰਤਰੀ ਹੈ। ਇਹ ਸਰਕਾਰ 'ਚ ਵੀ ਚੌਧਰੀ ਰਣਜੀਤ ਸਿੰਘ ਮੰਤਰੀ ਨੇ। ਉਸ ਤੋਂ ਬਾਅਦ ਚੌਧਰੀ ਦੇਵੀ ਲਾਲ ਜੀ ਦੇ ਦੋ ਬੇਟੇ ਹੋਏ, ਉਹਨਾਂ ਅਭੈ ਚੌਟਾਲਾ ਤੇ ਅਜੇ ਚੌਟਾਲਾ। ਉਹਨਾਂ ਦੇ ਵਿੱਚ ਮਤਭੇਦ ਹੋ ਗਏ। ਚੌਧਰੀ ਓਮ ਪ੍ਰਕਾਸ਼ ਚੌਟਾਲਾ ਇੱਕ ਨੂੰ ਬਣਾਉਣਾ ਚਾਹੁੰਦੇ ਨੇ, ਉਹ ਨਹੀਂ ਬਣ ਪਾਇਆ। ਦੂਜੇ ਨੇ ਆਪਣੀ JJP, ਇੱਕ ਪਾਰਟੀ ਸ਼ਾਇਦ JPP ਜਾਂ JJP, ਜੋ ਵੀ ਉਹਦਾ ਨਾਂ ਹੈ, ਦੁਸ਼ਯੰਤ ਚੌਟਾਲਾ ਜੀ ਦਾ ਨਾਂ ਹੈ, ਉਹ ਚੌਧਰੀ ਸਾਹਿਬ ਦਾ ਪੁੱਤ ਹੈ ਚੌਧਰੀ ਓਮ ਪ੍ਰਕਾਸ਼ ਜੀ ਦਾ। ਉਹ ਉਹਦਾ ਲੀਡਰ ਬਣ ਗਿਆ। ਉਹਦਾ ਲੀਡਰ ਬਣਾ ਕੇ ਜਿਹੜੀ BJP ਸਾਰਾ ਦਿਨ ਇਹ ਕਹਿੰਦੀ ਹੈ ਕਿ ਇਹ ਭਾਈ ਭਤੀਜਾਵਾਦ ਹੈ, ਉਹਨਾਂ ਨੇ ਉਹਨੂੰ ਲੈ ਲਿਆ। ਉਹਨਾਂ ਨੇ ਉਸ ਪਾਰਟੀ 'ਚ ਲੀਡਰ ਫਿਰ ਉਹਨੂੰ ਬਣਾ ਰੱਖਿਆ। ਮਤਲਬ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਇੱਕ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਤੇ ਇਹ ਦੋਸ਼ ਲਾ ਕੇ ਕਿ ਇਹ ਤਾਂ ਭਾਈ ਭਤੀਜਾਵਾਦ ਹੈ, ਉਹਨਾਂ ਨੂੰ ਤਾਂ ਉੱਥੋਂ ਕੱਢ ਦਿੱਤਾ ਗਿਆ, ਉਹਨਾਂ ਨੂੰ ਨਹੀਂ ਵੋਟਾਂ ਮਿਲੀਆਂ। ਪਰ ਉਸੇ ਪਰਿਵਾਰ ਦਾ ਇੱਕ ਚੌਧਰੀ ਰਣਜੀਤ ਸਿੰਘ ਚੌਟਾਲਾ, ਇੱਕ ਚੌਧਰੀ ਦੁਸ਼ਯੰਤ ਚੌਟਾਲਾ, ਤੇ ਇੱਕ ਉਹਨਾਂ ਦੇ ਅੱਗੇ ਬਹੂ ਹੈ, ਉਹ MLA ਹੈ, ਉਹ ਬਣ ਚੁੱਕੀ ਹੈ। ਮਤਲਬ ਇੱਕੋ ਪਰਿਵਾਰ 'ਚੋਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪੰਜ 6 ਲੀਡਰ ਆ ਗਏ। ਇਸ ਤਰ੍ਹਾਂ ਹੀ ਸਾਡੇ ਅਕਾਲੀ ਦਲ 'ਚ ਤੁਸੀਂ ਇੱਥੇ ਦੇਖ ਲਓ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਜੇ ਮੈਂ ਤੁਹਾਨੂੰ ਪਰਿਵਾਰ ਦੀ ਗੱਲ ਸੁਣਾਵਾਂ, ਕਿ ਇਹਨਾਂ ਦੇ ਚਾਚਾ ਜੀ ਤੇਜਾ ਸਿੰਘ ਢਿੱਲੋਂ ਮੈਂਬਰ ਪਾਰਲੀਮੈਂਟ ਸੀ। ਉਹ 4 ਭਰਾ ਸੀ ਇਹਦੇ ਬਾਦਲ ਹੋਣੀ। ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਇਹਨਾਂ ਦਾ ਸਕਾ ਭਰਾ ਉਹ ਮੈਂਬਰ ਪਾਰਲੀਮੈਂਟ ਬਣ ਗਿਆ। ਇਹਨਾਂ ਦੇ ਇੱਕ ਚਾਚੇ ਦਾ ਲੜਕਾ, ਕਜ਼ਨ ਬ੍ਰਦਰ ਹਰਦੀਪ ਬਾਦਲ, ਉਹ ਇਹਨਾਂ ਤੋਂ ਵਿਰੁੱਧ ਹੋ ਕੇ ਬਰਨਾਲਾ ਅਕਾਲੀ ਦਲ 'ਚ ਮੰਤਰੀ ਬਣ ਗਿਆ। ਇਹਨਾਂ ਦਾ ਇੱਕ ਹੋਰ ਭਰਾ ਮਹੇਸ਼ਿੰਦਰ, ਜਿਹੜਾ ਕਜ਼ਨ ਬ੍ਰਦਰ ਤੇਜਾ ਸਿੰਘ ਢਿੱਲੋਂ ਦਾ ਮੁੰਡਾ ਮਹੇਸ਼ਿੰਦਰ, ਉਹ ਕਾਂਗਰਸ 'ਚ 2-3 ਵਾਰ ਕੰਟੈਸਟ ਕਰ ਚੁੱਕਿਆ। ਕਾਂਗਰਸ ਵਾਲਿਆਂ ਨੇ ਚੱਕ ਲਿਆ ਉਹਨੂੰ। ਜੇ ਕੁਣਬਾ ਪਰਬਰੀ ਆ ਇਹ ਤੇ ਇਹ ਦੋਸ਼ ਲੱਗਦਾ, ਫਿਰ ਕਾਂਗਰਸ ਵਾਲੇ ਇਹਨਾਂ ਦੇ ਟੱਬਰ ਨੂੰ ਕਿਉਂ ਲੈਂਦੇ ਨੇ? ਉਹ ਉੱਧਰ ਆ ਗਿਆ। ਉਸ ਤੋਂ ਬਾਅਦ ਬਾਦਲ ਸਾਹਿਬ ਦਾ ਆਪਦਾ ਸਕਾ ਭਤੀਜਾ ਇਹਨਾਂ ਦੀ ਸਰਕਾਰ 'ਚ
ਉਹ ਵਿੱਤ ਮੰਤਰੀ ਬਣ ਗਿਆ। ਤੇ ਜਦੋਂ ਉਹ ਵਿੱਤ ਮੰਤਰੀ ਦੇ ਦੋਸ਼ ਲਾਇਆ ਕਿ ਜੀ ਦੇਖੋ ਬਾਦਲ ਸਾਹਿਬ ਦਾ ਮੁੰਡਾ, ਬਾਦਲ ਸਾਹਿਬ ਦਾ ਭਤੀਜਾ, ਇਹ ਸਾਰੇ ਵਿੱਚ ਆ ਗਏ। ਤੇ ਉਸ ਤੋਂ ਵੱਡਾ ਫਿਰ ਇਹ ਹੋਇਆ ਕਿ ਜਿਉਂ ਹੀ ਉਹਨੇ ਉਹ ਪਾਰਟੀ ਛੱਡੀ ਫਿਰ ਉਹਨੂੰ ਕਾਂਗਰਸ ਨੇ ਲੈ ਲਿਆ। ਮਤਲਬ ਫਿਰ ਪਤਾ ਨਹੀਂ ਇਹਨਾਂ ਦਾ ਭਾਈ ਭਤੀਜਾਵਾਦ ਸਾਰਿਆਂ ਦੇ ਇਹ ਵੀ ਇੱਦਾਂ ਹੀ ਕਰਦੇ ਨੇ। ਮੈਂ ਇਹਨਾਂ ਨੂੰ ਕੋਈ ਬਰੀ ਨਹੀਂ ਕਰਦਾ। ਅਕਾਲੀ ਦਲ ਵਾਲੇ ਕਾਂਗਰਸ ਚੋਂ ਲੈ ਲੈਂਦੇ ਨੇ, ਕਾਂਗਰਸ ਵਾਲੇ ਅਕਾਲੀ ਦਲ ਚੋਂ ਲੈ ਲੈਂਦੇ ਨੇ। ਹਾਂ, ਲੋਕਾਂ ਨੂੰ ਬੁੱਧੂ ਬਣਾਉਣ ਨੂੰ ਇੱਕ ਦੋਸ਼ ਲਾਇਆ ਜਾਂਦਾ ਕਿ ਇਹ ਭਾਈ ਭਤੀਜਾਵਾਦ ਹੈ। ਜੇ ਇਸ ਤਰ੍ਹਾਂ ਦਾ ਭਾਈ ਭਤੀਜਾਵਾਦ ਹੈ ਤਾਂ ਫਿਰ ਉਹ ਲੋਕ ਪ੍ਰਮੋਟ ਕਿਉਂ ਕਰਦੇ ਨੇ? ਵਿਰੋਧੀ ਤਾਂ ਇਹ ਗੱਲ ਕਹਿੰਦੇ ਨੇ ਕਿ ਵੀ ਪੰਜਾਬ ਦੀ ਸਿਆਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਦੁਆਲੇ ਹੀ ਕਰਤੀ। ਨਹੀਂ, ਕਿਹੜੇ ਵਿਰੋਧੀ? ਮੰਨ ਲਾ ਜੇ ਕਾਂਗਰਸੀ ਕਹਿੰਦੇ ਨੇ ਇਹ ਗੱਲ, ਤੇ ਕਾਂਗਰਸੀ ਫਿਰ ਉਹਦੇ ਭਤੀਜੇ ਨੂੰ ਕਿਉਂ ਲਈ ਬੈਠੇ ਨੇ? ਜਿਵੇਂ ਕੋਈ ਤੀਜਾ ਧਿਰ ਆਮ ਆਦਮੀ ਪਾਰਟੀ ਹੋਊਗੀ, ਉਹ ਆਮ ਆਦਮੀ ਪਾਰਟੀ ਦਾ ਇਹੀ ਪਤਾ ਲੱਗੂਗਾ ਨਾ ਜਦੋਂ ਉਹਨਾਂ ਦੀ ਅਗਲੀ ਜਨਰੇਸ਼ਨ ਆਊਗੀ। ਇਹ ਤਾਂ ਫਿਰ ਉਦੋਂ ਦੇਖਾਂਗੇ ਵੀ ਆਮ ਆਦਮੀ ਪਾਰਟੀ ਕੀ ਕਰਦੀ ਹੈ। ਹਾਲੇ ਅਸੀਂ ਇਹਦਾ ਫੈਸਲਾ ਕਿਵੇਂ ਕਰ ਦਈਏ? ਹਾਲੇ ਤਾਂ ਆਮ ਆਦਮੀ ਪਾਰਟੀ ਨੂੰ ਆਈ ਨੂੰ 5-7 ਸਾਲ ਹੋਏ ਨੇ। 5-7 ਸਾਲਾਂ 'ਚ ਅਗਲੇ ਬੱਚੇ ਕਿੰਨੇ ਕੁ ਆਉਂਦੇ ਨੇ, ਕਿੰਨੇ ਕੁ ਨਹੀਂ ਆਉਂਦੇ, ਉਹ ਲੈ ਕੇ ਮਤਲਬ ਉਹਨਾਂ ਨੇ ਕੋਈ ਇੱਦਾਂ ਦਾ ਵਚਨ ਤਾਂ ਹਾਲੇ ਦਿੱਤਾ ਨਹੀਂ ਕਿ ਸਾਡੇ ਬੱਚੇ ਨਹੀਂ ਆਉਣਗੇ। ਇੱਦਾਂ ਦਾ ਵਚਨ ਮੈਂ ਕਿਤੇ ਨਹੀਂ ਪੜ੍ਹਿਆ ਕਿ ਕਿਸੇ ਆਮ ਆਦਮੀ ਦੇ ਪਾਰਟੀ ਦੇ MLA ਨੇ ਕਿਹਾ ਹੋਵੇ ਕਿ ਜੇਕਰ ਮੈਂ ਇਲੈਕਸ਼ਨ 'ਚ ਆ ਗਿਆ ਤਾਂ ਮੈਂ ਸਹੁੰ ਖਾਨਾ ਕਿ ਸਾਡੇ ਬੱਚੇ ਇਸ ਪੋਲੀਟਿਕਸ ਦੇ ਵਿੱਚ ਨਹੀਂ ਆਉਣਗੇ। ਇੱਕ ਗੱਲ। ਦੂਸਰਾ, ਇਹਦਾ ਇੱਕ ਹੋਰ ਪੱਖ ਹੈ। ਜੇਕਰ ਆਪਾਂ ਇਹ ਪੱਖ ਲਈਏ ਕਿ ਜੇਕਰ ਉਹਨਾਂ ਦੇ ਬੱਚੇ ਬਹੁਤ ਚੰਗੇ ਨੇ, ਉਹ ਸਮਾਜਿਕ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਨੇ, ਫਿਰ ਇਹਦਾ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਫਿਰ ਜੋ ਆ ਜਾਣ ਤਾਂ ਕੋਈ ਬੁਰੀ ਗੱਲ ਵੀ ਨਹੀਂ ਹੈਗੀ। ਸੋ ਇਸ ਕਰਕੇ ਇਹ ਸੋਚਣਾ ਪਏਗਾ। ਇਹਦੇ ਵਿੱਚ ਸਭ ਤੋਂ ਜਿਹੜੀ ਮੁੱਖ ਗੱਲ ਹੈ ਉਹ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਰਾਜਨੀਤਿਕ ਪਾਰਟੀਆਂ ਆਪਣੀ ਸਿਆਸੀ ਸੋਚ ਸਮਝ ਨੂੰ ਛੱਡ ਕੇ ਸਿਰਫ ਤੇ ਸਿਰਫ ਇੱਕ ਪਾਰਟੀ ਦਾ ਨਾਂ ਧਰ ਕੇ ਉਹਦੇ ਪਿੱਛੇ ਚੱਲ ਰਹੀਆਂ ਨੇ। ਇੱਕ ਜ਼ਮਾਨਾ ਸੀ, ਚਾਹੇ ਉਹ CPI ਦੀ ਸੀ, ਚਾਹੇ ਉਹ RSS ਦੇ ਸੰਘ ਪ੍ਰਚਾਰਕ ਹੁੰਦੇ ਸੀ, ਉਹ ਬਕਾਇਦਾ ਕਲਾਸਾਂ ਲਾਈਆਂ ਜਾਂਦੀਆਂ ਸੀ, ਜਮਾਤਾਂ ਲਾਉਂਦੇ ਸੀ, ਪੜ੍ਹਾਇਆ ਜਾਂਦਾ ਸੀ, ਉਹਨਾਂ ਦਾ ਫਿਲਾਸਫੀ ਪੜ੍ਹਾਈ ਜਾਂਦੀ ਸੀ। ਇਸ ਤਰ੍ਹਾਂ ਹੀ ਕਮਿਊਨਿਸਟ ਸੀਗੇ, ਉਹ ਆਪਣੀ ਫਿਲਾਸਫੀ ਪੜ੍ਹਾਉਂਦੇ ਸੀ। ਉਹ ਪੜ੍ਹਾਈ ਦੇ ਮੁਤਾਬਕ ਬੰਦੇ ਤਿਆਰ ਕਰਦੇ ਸੀ ਕਿ ਜਿਹੜੇ ਬੰਦੇ ਇਸ ਆਈਡੀਓਲੋਜੀ ਨਾਲ ਸੰਬੰਧਿਤ ਨੇ ਉਹ ਬੰਦੇ ਇਸ 'ਚ ਅੱਗੇ ਚੱਲਣਗੇ, ਜਿਹੜੇ ਨਹੀਂ ਸੰਬੰਧਿਤ ਉਹ ਨਹੀਂ। ਪਰੰਤੂ ਹੁਣ ਉਹ ਬਿਲਕੁਲ ਉਹਦੇ ਉਲਟ ਹੋ ਗਿਆ। ਹੁਣ ਆਈਡੀਓਲੋਜੀ ਵਗੈਰਾ ਦਾ ਕੋਈ ਸੰਬੰਧ ਨਹੀਂ, ਕੋਈ ਲੈਣਾ ਦੇਣਾ ਨਹੀਂ। ਕਿਉਂ? ਕਿਉਂਕਿ ਹੁਣ ਇਹ ਵਪਾਰ ਹੈ। ਜਿਹੜੀ ਸਾਡੀ ਸਿਆਸਤ ਹੈ ਇਹ ਮੁਲਕ ਨੂੰ ਸਾਂਭਣ ਲਈ ਇੱਕ ਵਪਾਰ ਹੈ ਤੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਉਣ ਲਈ ਇੱਕ ਰਾਹ ਹੈ। ਉਹਦੇ ਨਾਲ ਬੜੇ ਮੋਟੇ ਪੈਸੇ ਕਮਾ ਕੇ ਬੰਦਾ ਆ ਜਾਂਦਾ ਹੈ। ਤੇ ਦੂਜਾ, ਉਹਨੂੰ ਇਹ ਲੱਗਦਾ ਹੈ ਕਿ ਇਹ ਸਿਆਸਤ ਇਹਨਾਂ ਲੋਕਾਂ ਨੇ ਇੰਨੀ ਮਹਿੰਗੀ ਕਰਤੀ ਕਿ ਜਿਸ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜੇ ਇੱਕ ਵੱਡਾ ਵਪਾਰੀ ਹੈ, ਜੇ ਆਪਾਂ ਹੁਣ ਕਹੀਏ ਕਿ ਜਿਹੜਾ ਉਹ ਦੋਨੇ ਸਾਡੇ ਵੱਡੇ ਕਾਰਖਾਨੇਦਾਰਾਂ ਦੇ ਵਪਾਰ ਨੇ, ਚਾਹੇ ਉਹ ਰਿਲਾਇੰਸ ਵਾਲਿਆਂ ਦਾ ਹੋਵੇ, ਚਾਹੇ ਉਹ ਕਿਸੇ ਹੋਰ ਦਾ ਹੋਵੇ, ਮਤਲਬ ਜੇ ਓਡਾ ਵਪਾਰ ਹੁਣ ਆਪਾਂ ਰਾਤੋਂ ਰਾਤ ਕਿਵੇਂ ਖੜਾ ਕਰ ਸਕਦੇ ਹਾਂ? ਉਹ ਤਾਂ ਉਹੀ ਕਰ ਸਕਦੇ ਨੇ ਨਾ, ਜਾਂ ਉਹਨੇ ਪੈਸੇ ਵਾਲੇ। ਉਹਨਾਂ ਦੇ ਬੱਚਿਆਂ ਕੋਲੇ ਅੱਗੇ ਹੋਰ ਪੈਸੇ ਹੈਗੇ। ਰਿਸਕ ਟੇਕਿੰਗ ਕੈਪੈਸਿਟੀ ਜਿਹੜੀ ਹੈ ਉਹ ਖਤਰਾ ਮੁੱਲ ਲੈ ਸਕਦੇ ਨੇ, ਉਹਨੇ ਪੈਸੇ ਖਰਚ ਸਕਦੇ ਨੇ। ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਾਂ ਕਿ ਇਸ ਵਾਰ ਮੈਨੂੰ ਇੱਕ ਪਾਰਟੀ ਵੱਲੋਂ ਆਪਸ਼ਨ ਆਈ ਕਿ ਤੁਸੀਂ ਆਪਣੇ ਹਲਕੇ ਤੋਂ ਇਲੈਕਸ਼ਨ ਲੜੋ। ਮੈਂ ਉਹਨਾਂ ਨੂੰ ਬੜਾ ਪਿਆਰ ਨਾਲ ਸਮਝਾਇਆ ਕਿ ਇਹ ਇਲੈਕਸ਼ਨ ਹਾਰਨ ਲਈ ਮੈਨੂੰ 10 ਕਰੋੜ ਰੁਪਇਆ ਚਾਹੀਦਾ, ਤੁਸੀਂ ਦੱਸੋ ਕਿੰਨੇ ਦਿਓਗੇ? ਉਹ ਕਹਿੰਦੇ ਜੀ ਇਹਦਾ ਕੀ ਮਤਲਬ? ਮੈਂ ਕਿਹਾ ਇਹਦਾ ਮਤਲਬ ਇਹ ਹੈ, ਆਪਾਂ ਨਾਂ ਨਹੀਂ ਲੈਂਦੇ, ਜਿਸ ਹਲਕੇ ਦੀ ਇਹ ਗੱਲ ਸੀ ਉੱਥੇ ਇੱਕ ਸਾਬਕਾ ਮੁੱਖ ਮੰਤਰੀ ਤੇ ਇੱਕ ਸੈਂਟਰ ਦੇ ਵੱਡੇ ਵਜ਼ੀਰ ਤੇ ਗਾਹਾਂ ਜਿਹੜਾ ਉਹ ਵੀ ਇੱਕ ਸਟੇਟ ਦਾ ਵਿੱਤ ਮੰਤਰੀ ਰਿਹਾ, ਉਹ ਆਪਸ ਵਿੱਚ ਕੰਪੀਟੀਸ਼ਨ 'ਚ ਨੇ। ਹੁਣ ਮੈਨੂੰ ਦੱਸੋ ਕਿ ਜੇ ਇੱਕ 105 ਕਿਲੋ ਦੇ ਪਹਿਲਵਾਨ ਨਾਲ ਤੁਸੀਂ ਕੋਈ ਪਹਿਲਵਾਨ ਘੁਲਣ ਲਾਉਣਾ ਹੈ, ਰੈਸਲਿੰਗ ਕਰਾਉਣੀ ਹੈ, ਤਾਂ ਯਾਰ ਉਹਦੇ ਨਾਲ ਉਹਦਾ ਵੇਟ ਕੋਈ ਕੁਛ ਤਾਂ ਨੇੜੇ ਤੇੜੇ ਤਾਂ ਹੋਵੇ। 105 ਕਿਲੋ ਵਾਲੇ ਨਾਲ 85 ਕਿਲੋ 75 ਕਿਲੋ, ਮੇਰੇ ਵਰਗਾ 15 ਕਿਲੋ ਵਾਲਾ ਬੰਦਾ ਉਹਨਾਂ ਨਾਲ ਕਿਵੇਂ ਲੜੇ? ਨਹੀਂ, ਤੁਸੀਂ ਹਾਰਨ ਲਈ 10 ਕਰੋੜ ਕਿਹਾ ਤੇ ਫਿਰ ਜਿੱਤਣ ਲਈ ਉਹਦੀ ਕੋਈ ਲਿਮਟ ਨਹੀਂ ਸੀ। ਮੈਂ ਕਿਹਾ ਵੀ ਉਹਦੇ ਲਈ 100 ਕਰੋੜ ਹੋ ਸਕਦਾ ਹੈ। ਮੈਂ ਸਿੰਪਲ ਤੁਹਾਨੂੰ ਉਦਾਹਰਣ ਦੇ ਕੇ ਇਹ ਕਹਿਣਾ ਕਿ ਜੇਕਰ ਜੇ ਤੁਸੀਂ ਦੱਸੋ ਮੈਨੂੰ, ਜੇ ਕੋਈ ਤੁਸੀਂ 170 ਕਿਲੋ ਦੇ ਪਹਿਲਵਾਨ ਨਾਲ ਬਰਾਬਰ ਪਹਿਲਵਾਨ ਕੋਈ 25 ਕਿਲੋ ਵਾਲਾ ਉਹਨੂੰ ਕਹਿ ਦੋ ਵੀ ਤੂੰ ਰੈਸਲਿੰਗ 'ਚ ਜਾ, ਤੁਹਾਨੂੰ ਲੱਗਦਾ ਵੀ ਉਹਦੀ ਲੱਤ ਨੂੰ ਹਿਲਾ ਦੇਗਾ ਉਹ? ਮਤਲਬ ਜਦੋਂ ਲੜਾਈ ਲੜਨੀ ਹੈ
ਮੈਂ ਓਪਨਲੀ ਕਹਿਣਾ, ਇੱਥੇ ਕਿਸੇ ਦਾ ਨਾਂ ਨਹੀਂ ਲੈਂਦਾ, ਜੇ ਇੱਕ ਹਲਕੇ 'ਚ ਵੱਡੇ ਕੈਂਡੀਡੇਟਾਂ ਵੱਲੋਂ 100 ਟਰੱਕ ਦਾਰੂ ਦਾ ਦੇਣਾ ਹੈ, ਤਾਂ ਜਿਹੜਾ ਮਾੜਾ ਕੈਂਡੀਡੇਟ ਹੈ ਜੇ ਉਹਨੇ ਉੱਥੇ ਰਹਿਣਾ ਹੈ ਤਾਂ ਫਿਰ ਇੱਕ ਅੱਧੀ ਜੀਪ ਦਾਰੂ ਦੀ ਭਰ ਕੇ, ਨਸ਼ੇ ਦੀ ਭਰ ਕੇ ਉਹਨੂੰ ਵੀ ਤਾਂ ਦੇਣੀ ਪੈਣੀ ਹੈ ਨਾ, ਨਹੀਂ ਤੁਸੀਂ ਰੇਸ 'ਚ ਨਹੀਂ ਰਹੋਗੇ, ਨਹੀਂ ਤੁਸੀਂ ਰੇਸ 'ਚੋਂ ਬਾਹਰ ਹੋ ਜਾਓਗੇ। ਮਤਲਬ ਦੇਖੋ, ਮੈਂ ਇਹ ਕਹਿਣਾ, ਇਹ ਸਿਸਟਮ ਉਸ ਸਿਸਟਮ ਦੇ ਵਿੱਚ ਇੱਦਾਂ ਦਾ ਬਣਾਤਾ ਕਿ ਜਿਵੇਂ ਆਪਾਂ ਦੂਜੀ ਤਰ੍ਹਾਂ ਕਹਿੰਦੇ ਆ ਨਾ ਕਿ ਵਿੱਦਿਆ ਦੇ ਵਿੱਚ ਜੇ ਕਿਸੇ ਨੇ ਮੈਡੀਕਲ ਲਾਈਨ 'ਚ ਡਾਕਟਰ ਬਣਨਾ ਹੈ ਤਾਂ ਉਹਦੇ ਲਈ ਇੰਨੀ ਫੀਸ ਚਾਹੀਦੀ ਹੈ, ਜੇ ਤਾਂ ਉਹ ਹੈਗੀ ਤੇ ਨਾਲ ਟੈਲੈਂਟ ਹੈਗਾ ਫਿਰ ਤਾਂ ਤੁਸੀਂ ਉੱਥੇ ਤੱਕ ਪਹੁੰਚ ਜਾਓਗੇ, ਜੇ ਉਹ ਫੀਸ ਨਹੀਂ, ਕੱਲੇ ਟੈਲੈਂਟ ਨਾਲ ਉੱਥੇ ਨਹੀਂ ਜਾ ਸਕਦੇ। ਸੋ ਇਸ ਕਰਕੇ ਇਹ ਉਹਨਾਂ ਲੋਕਾਂ ਨੇ ਬਣਾ ਲਿਆ ਬਿਜ਼ਨਸ, ਇੱਕ ਧੰਦਾ ਬਣਾ ਲਿਆ। ਮਤਲਬ ਮੈਂ ਪਹਿਲਾਂ ਵੀ ਕਿਤੇ ਨਾ ਕਿਤੇ ਤੁਹਾਨੂੰ ਗੱਲ ਸੁਣਾਈ ਹੋਊਗੀ ਕਿ ਵਿਦੇਸ਼ਾਂ ਦੇ ਵਿੱਚ ਹਲੇ ਵੀ ਜਿੱਥੇ ਤੁਸੀਂ ਦੇਖਦੇ ਹੋ ਨਾ, ਕੁਛ ਮੁਲਕ ਇੱਦਾਂ ਦੇ ਨੇ ਕਿ ਉੱਥੇ ਪ੍ਰਧਾਨ ਮੰਤਰੀ, ਵੱਡੇ ਮੰਤਰੀ ਤੁਹਾਨੂੰ ਇੱਦਾਂ ਹਾਈ ਫਾਈ ਨਹੀਂ ਦਿਸਣਗੇ, ਉਹ ਆਪਣੀ ਸਬਜ਼ੀ ਖਰੀਦਣ ਚਲੇ ਜਾਂਦੇ ਨੇ, ਜਿਵੇਂ ਸਾਡੇ ਸਰਦਾਰ ਮਨਮੋਹਨ ਸਿੰਘ ਜੀ ਬਾਰੇ ਇਹ ਕਿਹਾ ਜਾਂਦਾ ਹੈ। ਭਾਵੇਂ ਮਨਮੋਹਨ ਸਿੰਘ ਜੀ ਸਿਰਫ ਤੇ ਸਿਰਫ ਇੱਕ ਵਿਅਕਤੀ ਹੋ ਸਕਦੇ ਨੇ, ਪਰ ਮਨਮੋਹਨ ਸਿੰਘ ਜੀ ਵੀ ਉਸ ਮਾਡਲ ਤੋਂ ਬਾਹਰ ਨਹੀਂ ਆ ਸਕਦੇ। ਇਹਦਾ ਮਤਲਬ ਇਹ ਨਹੀਂ ਕਿ ਮਨਮੋਹਨ ਸਿੰਘ ਜੀ ਨੇ ਸਾਰਾ ਕੁਝ ਸੁਧਾਰਤਾ ਸੀ। APJ ਅਬਦੁਲ ਕਲਾਮ ਹੋ ਸਕਦੇ ਨੇ, ਔਰ ਇਹ ਬੰਦਿਆਂ ਨੂੰ ਜਿਹੜਿਆਂ ਨੂੰ ਇੱਕ ਅੱਧੇ ਨੂੰ ਐਦਾਂ ਖੜਾ ਵੀ ਕੀਤਾ ਜਾਂਦਾ ਹੈ ਨਾ, ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਸਰਕਾਰ ਜਾਂ ਉਹਨਾਂ ਦੀਆਂ ਪਾਰਟੀਆਂ ਇਹ ਚਾਹੁੰਦੀਆਂ ਨੇ ਕਿ ਸਾਰੇ ਬੰਦੇ ਇਮਾਨਦਾਰ ਬਣਨ, ਨਾ, ਇਹ ਲੋਕਾਂ ਦੀ ਬਗਾਵਤ ਤੋਂ ਡਰਦੇ ਮਾਰੇ ਕਿਤੇ ਕਿਤੇ ਇੱਕ ਚਿਹਰਾ ਮੋਹਰਾ ਇਦਾਂ ਦਾ ਖੜਾ ਕਰ ਦਿੱਤਾ ਜਾਂਦਾ ਹੈ ਤੇ ਉਸ ਦੇ ਬਹਾਨੇ ਫਿਰ ਇਹ ਕਿਹਾ ਜਾਂਦਾ ਹੈ, ਜਿਵੇਂ ਹੁਣ ਮੋਦੀ ਜੀ ਨੇ, ਮੋਦੀ ਜੀ ਬਾਰੇ ਵੀ ਤਾਂ ਇਹੀ ਕਿਹਾ ਜਾਂਦਾ ਨੇ ਵੀ ਅਗਰ ਇੱਕ ਚਾय ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਬਾਕੀ ਕਿਉਂ ਨਹੀਂ ਬਣ ਸਕਦੇ। ਇੱਕ ਚਾय ਵਾਲਾ ਬਣ ਸਕਦਾ ਹੈ ਤਾਂ ਮੈਨੂੰ ਦੱਸੋ ਨਾ ਵੀ ਉਹ ਚਾय ਵਾਲੇ ਦੀ ਥਾਂ ਤੇ ਫਿਰ ਤੁਹਾਨੂੰ ਸਿੰਧੀਆ ਦੁਬਾਰੇ ਕਿਉਂ ਚਾਹੀਦਾ ਹੈ? ਮਤਲਬ ਫਿਰ ਤੁਹਾਨੂੰ ਜਿਹੜੇ ਹੋਰ ਇਸ ਕਿਸਮ ਦੇ ਲੋਕ ਨੇ, ਜੇ ਆਪਾਂ ਪਟਿਆਲੇ ਦੀ ਗੱਲ ਕਰੀਏ, ਜੇ ਬੀਜੇਪੀ ਦੇ ਵਿੱਚ ਇੱਕ ਚਾय ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਫਿਰ ਇੱਥੇ ਕਈ IAS ਨੂੰ ਫੜ ਕੇ ਟਿਕਟ ਕਿਉਂ ਦਿੱਤੇ ਜਾਂਦੇ ਨੇ? ਫਿਰ ਮੈਂ ਚਾय ਵਾਲੇ ਨੂੰ ਦੇ ਦੇਣ ਟਿਕਟ, ਇੱਥੇ ਵੀ ਤਾਂ ਚਾय ਵੇਚਦੇ ਨੇ ਬਥੇਰੇ ਲੋਕ, ਇੱਥੇ ਕਿਉਂ ਨਹੀਂ ਉਹ? ਪਰ ਇਹ ਨਹੀਂ ਹੈਗਾ ਕਿ ਉਹ ਇੱਕ ਮਾਡਲ ਖੜਾ ਕਰਕੇ ਉਹ ਵੇਚਣ ਲਈ ਉਹ ਦਿਖਾਇਆ ਜਾਂਦਾ ਹੈ। ਜਿਵੇਂ ਅਕਸਰ ਦੁਕਾਨਾਂ ਤੇ ਦੇਖਦੇ ਹੋ ਨਾ ਤੁਸੀਂ, ਬ੍ਰਾਂਡਿੰਗ ਕੀਤੀ ਜਾਂਦੀ ਹੈ। ਹਾਂ, ਬ੍ਰਾਂਡਿੰਗ ਕੀਤੀ ਜਾਂਦੀ ਹੈ ਕਿ ਜੀ ਤੁਸੀਂ ਆ ਖਰੀਦੋ, ਉਹ ਡੱਬੇ ਦੇ ਵਿੱਚ ਜਦੋਂ ਘਰੇ ਡਿਲੀਵਰੀ ਹੁੰਦੀ ਆ ਉਹ 'ਚ ਕੀ ਨਿਕਲਦਾ ਉਹ ਕਿਸੇ ਨੂੰ ਪਤਾ। ਆਨਲਾਈਨ ਕਈ ਵਾਰੀ ਆਪਾਂ ਚੀਜ਼ਾਂ ਦੇਖਦੇ ਆ, ਉਹਨਾਂ ਦੇ ਰਿਵਿਊ ਬੜੇ ਸੋਹਣੇ ਹੁੰਦੇ ਨੇ, ਸੋ ਇਹ ਰਿਵਿਊ ਲਈ ਰੱਖੇ ਜਾਂਦੇ ਨੇ ਇਹ ਮਾਡਲ। ਸੋ ਇਸ ਕਰਕੇ ਇਸ ਗੱਲ ਤੋਂ ਕੋਈ ਪਾਰਟੀ, ਈਵਨ ਮੈਂ ਤਾਂ ਇਹ ਕਹੂੰਗਾ ਕਿ CPI MBC ਜਿਹੜੇ ਉਹਨਾਂ ਦੇ ਵੀ ਗਾਹਾਂ ਬੱਚੇ ਆਏ ਨੇ ਵਿੱਚ। ਜੀ ਤੁਸੀਂ ਕਿਹਾ ਕਿ ਵੀ 10 ਕਰੋੜ ਹਾਰਨ ਲਈ, ਜਿੱਤਣ ਲਈ ਭਾਵੇਂ 100 ਕਰੋੜ ਵੀ ਟੱਪ ਜੇ, ਪਰ ਚੋਣ ਕਮਿਸ਼ਨ 40 ਲੱਖ ਦੀ ਲਿਮਟ ਮਿੱਥ ਕੇ ਬੈਠਾ। ਉਹ ਕਹਿੰਦਾ ਬਈ 40 ਲੱਖ 'ਚ ਤੁਸੀਂ MLA ਬਣ ਜਾਓਗੇ। ਬਈ ਦੇਖੋ, ਉਹ ਚੋਣ ਕਮਿਸ਼ਨ ਨੂੰ ਜੇ ਐਂ ਲੱਗਦਾ ਵੀ 40 ਲੱਖ 'ਚ ਬਣ ਜਾਂਦੇ ਨੇ ਤੇ ਫਿਰ ਇੰਨੇ ਅਬਜ਼ਰਵਰ ਕਾਹਦੇ ਲਈ ਲਾਏ ਨੇ? ਉਹ ਅਬਜ਼ਰਵਰ ਇਹ ਦੇਖਣ ਲਈ ਉਹ ਲਾਏ ਨੇ ਨਾ ਵੀ ਕਿੰਨੇ 40 ਕਰੋੜ ਤੋਂ ਵੱਧ ਖਰਚਦੇ ਨੇ, ਇਸੇ ਕਰਕੇ ਸਾਰਾ ਕੁਝ ਕਰਨਾ ਪੈਂਦਾ ਨਾ। ਇਹਦਾ ਮਤਲਬ ਜੇ 40 ਲੱਖ ਦੀ ਲਿਮਟ ਹੈ ਤੇ 40 ਲੱਖ ਤੋਂ ਵੱਧ ਕੋਈ ਖਰਚਦਾ ਹੀ ਨਹੀਂ, ਫਿਰ ਤਾਂ ਅਬਜ਼ਰਵਰ ਦੀ ਲੋੜ ਹੀ ਨਾ ਪਵੇ। ਉਹ ਚਾਹ ਦੇ ਕੱਪ ਦੇ ਪੈਸੇ, ਕਾਫੀ ਦੇ ਕੱਪ ਦੇ ਪੈਸੇ, ਤੇਲ ਦੇ ਪੈਸੇ, ਪੋਸਟਰਾਂ ਦੇ ਪੈਸੇ, ਬੈਨਰਾਂ ਦੇ ਪੈਸੇ, ਉਹਦੇ 'ਚ ਇਹ ਪੈਸੇ ਐਡ ਨਹੀਂ ਹੁੰਦੇ ਭੁੱਕੀ ਦੇ, ਫੀਮ ਦੇ, ਦਾਰੂ ਦੇ। ਉਹ ਤਾਂ ਅਸੀਂ ਜਿਹਨੂੰ ਕਾਲਾ ਧਨ ਮੋਦੀ ਜੀ ਕਹਿੰਦੇ ਸੀ ਲੈ ਕੇ ਆਉਣਾ, ਉਹ ਕਾਲਾ ਧਨ ਤਾਂ ਜਿਹੜਾ ਉਹ ਤਾਂ ਨਹੀਂ ਨਾ। 40 ਲੱਖ ਤਾਂ ਇਹ ਹੋਰ ਕਾਸੇ ਦੇ ਨੇ। ਮੈਂ ਤੁਹਾਨੂੰ ਸਿੰਪਲ ਗੱਲ ਇਹ ਕਹਿਣਾ, ਆਪਣੇ ਪੰਜਾਬ 'ਚ ਆਮ ਮੈਂ ਦੇਖਿਆ 90 ਤੋਂ ਲੈ ਕੇ 110, 15 ਕਿਸੇ 'ਚ ਵੱਧ ਘੱਟ ਇੰਨੇ ਕੁ ਪਿੰਡ ਪੈਂਦੇ ਨੇ ਇੱਕ ਹਲਕੇ 'ਚ। ਤੁਸੀਂ ਜਿਹੜਾ ਇੱਕ ਪਿੰਡ ਦੇ ਇਹ 'ਚੋਂ ਵਧਾ ਲਓ, ਕੋਈ ਵੱਡੇ ਪਿੰਡ ਨੇ ਵੀ ਅਪਰੋਕਸੀਮੇਟਲੀ 200 ਤੋਂ 250 ਪੋਲਿੰਗ ਬੂਥ ਪੈਂਦੇ ਨੇ ਇੱਕ ਹਲਕੇ 'ਚ, ਕਿਤੇ ਵੱਧ ਵੀ ਨੇ ਕਿਤੇ ਘੱਟ ਵੀ ਨੇ। ਤੁਸੀਂ 250 ਪੋਲਿੰਗ ਬੂਥ ਤੇ ਜੋ ਸਮਾਨ ਹਰ ਕੈਂਡੀਡੇਟ ਦੇ ਕੇ ਆਉਂਦਾ ਨਾ, ਉਹਦਾ ਅੰਦਾਜ਼ਾ ਲਾ ਲਓ ਤੇ ਕਮਿਸ਼ਨ ਕੱਢ ਲਵੇ ਉਹਦਾ ਖਰਚਾ। ਮਤਲਬ ਇਹਦੇ ਵਿੱਚ ਕੋਈ ਬਾਕੀ ਗੱਲਾਂ ਨੂੰ ਛੱਡੋ ਤੁਸੀਂ। ਨਹੀਂ, ਐਂ ਵੀ ਹੋ ਜਾਊਗਾ ਅੱਗੇ ਜਾ ਕੇ ਕਿ ਵੀ ਖਰਚੇ ਦੇ ਵਿੱਚ ਇਹ ਗੱਲ ਵੀ ਐਡ ਹੋ ਜਾਊਗੀ ਵੀ ਘੱਟੋ ਘੱਟ MLA 5 ਲੱਖ ਦੀ ਦਾਰੂ ਵੰਡ ਸਕਦਾ, ਇਸ ਤੋਂ ਵੱਧ ਨਹੀਂ। ਹੋ ਸਕਦਾ ਕੱਲ ਨੂੰ ਹੋ ਜਾਵੇ, ਕਿਉਂਕਿ ਅੱਜ ਹੀ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਸ਼ਰਾਬ ਹੈ ਉਹ ਸੁਪਰ ਮਾਰਕੀਟ 'ਚ ਵੀ ਮਿਲਿਆ ਕਰੇਗੀ, ਜਾਣੀ ਕਿ ਜਿਹੜੇ ਵੱਡੇ ਸਟੋਰਸ ਨੇ ਨਾ ਕਿ ਉਹਨਾਂ 'ਚ ਵੀ ਮਿਲਣ ਲੱਗ ਜੂਗੀ ਉਹ। ਤੇ ਫਿਰ ਹੋ ਸਕਦਾ ਉੱਥੋਂ ਰਸੀਦਾਂ ਪਾ ਕੇ ਉਹ ਵੀ ਕਰ ਦੇਣ ਵੀ ਐਨੇ ਦੀ ਦਾਰੂ ਵੰਡ ਸਕਦੇ ਹੋ, ਐਨੇ ਦਾ ਨਸ਼ਾ ਵੰਡ ਸਕਦੇ ਹੋ। ਮੈਂ ਕਹਿੰਦਾ ਵੀ ਜੇ ਨਾ ਵੀ ਹੁਣ ਇਹ ਇੰਨੀ ਪਾਰਦਰਸ਼ਤਾ ਸਾਡੇ ਮੁਲਕ 'ਚ ਨਹੀਂ ਆਉਣੀ, ਪਰ ਮੈਂ ਤਾਂ ਇਹ ਕਹਿਣਾ ਕਿ ਜੇ ਸਾਡੇ ਕਮਿਸ਼ਨ ਦੇਖਣਾ ਚਾਹੁੰਦਾ ਇਹ,
ਉਹ ਵੈਸੇ ਦੇਖ ਲੈਣ, ਵੈਸੇ ਕਹਿਣ ਨੂੰ ਹੈ ਵੀ ਉਹ ਵੀ ਅਸੀਂ ਇਹਦੇ ਵੀ ਖਰਚੇ ਵਿੱਚ ਪਾ ਲਏ, ਇਹਦੇ ਖਰਚੇ ਵਿੱਚ ਪਾ ਲਏ। ਮੈਂ ਇੱਕ ਤੁਹਾਨੂੰ ਸਿੰਪਲ ਗੱਲ ਕਹਿਣਾ, ਅੱਜ ਦੇ ਜ਼ਮਾਨੇ 'ਚ ਇੱਕ ਛੋਟਾ ਵਿਜ਼ਿਟਿੰਗ ਕਾਰਡ, ਜਿਹੜਾ ਮੈਂ ਪੋਸਟਰ ਨਹੀਂ ਕਹਿ ਰਿਹਾ, ਇੱਕ ਛੋਟਾ ਵਿਜ਼ਿਟਿੰਗ ਕਾਰਡ 1 ਰੁਪਈਏ 'ਚ ਛਪਦਾ ਹੈ, ਨੋਰਮਲ ਕਲਰਫੁਲ। ਉਹਦੇ ਵਿੱਚ ਫਿਰ ਕਈ ਫੋਟੋਆਂ ਲਾਉਣੀਆਂ ਪੈਂਦੀਆਂ ਨੇ, ਚੋਣ ਨਿਸ਼ਾਨ ਵੀ ਛਾਪਣਾ ਹੈ, ਕਈ ਕਲਰਸ ਦਾ ਬਣਾਉਣਾ ਹੈ, ਉਹਦੇ ਵਿੱਚ ਉਹਦੀ ਕੀਮਤ 1.5 ਤੋਂ 2 ਰੁਪਏ ਬਣ ਜਾਂਦੀ ਹੈ। ਤੇ ਜੇ ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਹਲਕੇ 'ਚ ਸਿੰਪਲ ਗਿਣ ਲਓ ਤੁਸੀਂ ਕਿ 1.5 ਕਰੋੜ 1.5 ਕਰੋੜ ਨਹੀਂ, ਮਤਲਬ ਇਹ ਛੋਟੇ ਹਲਕੇ 'ਚ ਜਿਹੜੀ ਮੈਂ ਕਹਿੰਦਾ ਪਾਰਲੀਮੈਂਟ ਦੀ ਗੱਲ ਹੈ, ਅਸੈਂਬਲੀ ਦੇ ਵਿੱਚ ਕਈ ਵਾਰੀ 5 ਲੱਖ ਦੇ ਨੇੜੇ ਤੇੜੇ, 4 ਲੱਖ ਦੇ, 3.5 ਲੱਖ ਦੇ, 2 ਲੱਖ ਵੋਟਰ ਜ਼ਰੂਰ ਹੁੰਦਾ ਹੈ। ਕਿਤੇ ਕੋਈ ਵੱਡੀ ਕੰਸਟੀਚੁਐਂਸੀ ਹੋਵੇ ਵੱਧ ਹੋਊ, ਨਹੀਂ 2 ਲੱਖ ਵੋਟਰ ਹੁੰਦਾ ਹੈ ਜ਼ਰੂਰ। ਤੇ ਜੇ 2 ਲੱਖ ਵੋਟਰ ਹੁੰਦਾ ਹੈ ਤੇ 2 ਲੱਖ ਕਾਰਡਾਂ ਨੂੰ ਸਿੱਧਾ ਤੁਸੀਂ 12-15 ਰੁਪਈਆਂ ਨਾਲ ਗੁਣਾ ਕਰ ਲਓ ਤੇ ਮੈਨੂੰ ਦੱਸ ਦਿਓ ਕਿੰਨਾ ਖਰਚਾ ਪੈਂਦਾ ਹੈ। ਔਰ ਇਹ ਇੱਕ ਕੈਂਡੀਡੇਟ ਦੇ ਕਹਿ ਰਿਹਾ ਮੈਂ ਤੁਹਾਨੂੰ। ਜੇ ਕਿਤੇ ਸਾਡੇ ਹੁਣ ਇਸ ਵਾਰ ਤਾਂ ਬਹੁਤ ਕਾਰਨਰ ਮੁਕਾਬਲਾ ਹੈ, 7-7 8-8 ਕੈਂਡੀਡੇਟ ਖੜੇ ਨੇ, ਕਿਉਂਕਿ ਬਹੁਤ ਵਾਰੀ ਅਸੀਂ ਗਿਣਦੇ ਨਹੀਂ, ਸਿਮਰਜੀਤ ਮਾਨ ਦੇ ਵੀ ਸਾਰੇ ਹਲਕਿਆਂ 'ਚ ਕੈਂਡੀਡੇਟ ਖੜੇ ਨੇ। ਇਸ ਤੋਂ ਬਿਨਾਂ ਲੋਕ ਇਨਸਾਫ ਪਾਰਟੀ ਦੇ ਵੀ ਕੈਂਡੀਡੇਟ ਖੜਨਗੇ। ਪਹਿਲਾਂ ਤਾਂ ਆਪਾਂ ਪੰਜ ਕਾਰਨਰ ਹੀ ਮੇਨ ਗਿਣਦੇ ਆ ਨਾ, ਇਹ ਵੀ ਉਹ ਕਾਰਨਰ ਨੇ, ਇਸ ਤੋਂ ਬਿਨਾਂ ਬਾਗੀ ਖੜਨਗੇ। ਸੋ ਇਹ ਖਰਚਾ ਇੰਨਾ ਹੈ, ਜੇ ਇਹਨੂੰ ਸਾਰੇ ਨੂੰ ਰਿਕਾਰਡ ਤੇ ਲਿਆ ਸਕੀਏ ਹੈ ਤਾਂ ਸਮਝ 'ਚ ਆਊਗੀ ਵੀ ਇਕਨੋਮੀ ਦਾ ਬਣ ਕੀ ਰਿਹਾ ਤੇ ਕੀ ਇਹ ਲੋਕ ਇਹ ਸਾਰੇ ਕਾਸੇ ਦਾ ਕੋਈ ਇਹ ਸਾਡੇ ਤੇ ਡੰਡਾ ਚੜਾਇਆ ਹੋਇਆ ਆਮ ਤੇ ਵੀ ਆਹ ਸਰਵਿਸ ਚਾਰਜਸ, ਆਹ ਫਲਾਣੇ ਚਾਰਜਸ, ਆਹ ਜਿਹੜਾ ਨਵੀਂ ਕਿਸਮ ਦਾ ਟੈਕਸ ਲੱਗਿਆ GST। ਮੈਨੂੰ ਇਹ ਲੱਗਦਾ ਵੀ ਜੇ ਸਾਰੇ ਕਿਸੇ ਨੂੰ ਵਿਧੀ ਪੂਰਵਕ ਤਰੀਕੇ ਨਾਲ ਲਿਆ ਜਾਵੇ ਤੇ ਨਾਲ ਖੁੱਲ੍ਹ ਦੇ ਦਿੱਤੀ ਜਾਵੇ ਵੀ ਜਿੰਨਾ ਮਰਜ਼ੀ ਖਰਚ ਕਰੋ ਪਰ ਇਹਦੇ ਟੈਕਸ ਦੇ ਕੇ ਕਰੋ, ਮੈਨੂੰ ਲੱਗਦਾ ਵੀ ਸਰਕਾਰ ਨੂੰ ਚੰਗੀ ਆਮਦਨ ਹੋ ਸਕਦੀ ਹੈ। ਇਹ ਚੰਗੀ ਗੱਲ ਹੈ ਜੇ ਇੱਦਾਂ ਕਰ ਦੇਣ ਕਿ ਜਿੰਨੀ ਦਾਰੂ ਵੇਚੋਗੇ ਭਾਈ ਉਹਤੇ GST ਦਿਓ, ਜਿੰਨਾ ਸਾਰਾ ਸਮਾਨ ਵੇਚੋਗੇ ਇਹਤੇ GST ਦਿਓ। ਮੈਂ ਤੁਹਾਨੂੰ ਜੇ ਸਿੰਪਲ ਗੱਲ ਕਹਾਂ ਨਾ, ਇਹ ਖਰਚੇ ਬਹੁਤ ਜ਼ਿਆਦਾ ਨੇ। 40 ਲੱਖ ਦਾ ਅੱਜ ਦੇ ਜ਼ਮਾਨੇ 'ਚ ਕੁਛ ਵੀ ਨਹੀਂ ਆਉਂਦਾ ਹੈਗਾ, ਕੁਛ ਵੀ ਨਹੀਂ ਆਉਂਦਾ। ਮਤਲਬ ਤੁਸੀਂ ਇਹ ਗੱਲ ਆਮ ਪਿੰਡਾਂ 'ਚ ਸਰਵੇ ਕਰਕੇ ਦੇਖ ਲਓ, 10-10 15-15 ਲੱਖ ਰੁਪਈਆ 2 ਸਰਪੰਚ ਇਲੈਕਸ਼ਨ ਲੜਦੇ ਨੇ, ਉਹ ਸਰਪੰਚ ਆਪਦੀ ਇਲੈਕਸ਼ਨ ਚਲਾਉਂਦੇ ਨੇ। ਕਿਉਂਕਿ ਪਿਛਲੇ ਸਮੇਂ 'ਚ ਸਰਕਾਰਾਂ ਨੇ ਇਹਨੂੰ ਉਤਸ਼ਾਹਤ ਬਹੁਤ ਕੀਤਾ ਹੈ। ਉਹ ਇਸ ਕਰਕੇ ਸਰਪੰਚਾਂ ਨੂੰ ਵੀ ਤਨਖਾਹਾਂ ਬੰਨ੍ਹਤੀਆਂ, ਮਿਊਨਿਸਪੈਲਿਟੀ ਮੈਂਬਰਾਂ ਦੀਆਂ ਵੀ ਤਨਖਾਹਾਂ ਨੇ, MLA ਦੀਆਂ ਤਨਖਾਹਾਂ ਨੇ, MLA ਦੀਆਂ ਪੈਨਸ਼ਨ ਤੇ ਪੈਨਸ਼ਨ ਹੈ। ਔਰ ਇਹਦੇ ਵਿੱਚ ਕਮਾਲ ਦੀ ਗੱਲ ਹੈ, ਕੋਈ ਪਾਰਟੀ ਨੇ ਹਲੇ ਤੱਕ ਇਹ ਪਬਲਿਕਲੀ ਅਨਾਊਂਸ ਨਹੀਂ ਕੀਤਾ। ਆਮ ਆਦਮੀ ਪਾਰਟੀ ਦੇ ਕੁਝ ਇੰਡੀਵਿਜੂਅਲ ਕੈਂਡੀਡੇਟਸ ਨੇ ਜਿਹੜੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜਿਆਂ ਦੀਆਂ 8-8 10-10 ਪੈਨਸ਼ਨਾਂ ਨੇ ਅਸੀਂ ਬੰਦ ਕਰਾਂਗੇ। ਮੈਂ ਉਸ ਸਤਿਕਾਰਯੋਗ ਇੱਕ ਮੈਂਬਰ ਨੂੰ ਮੈਂ ਕਿਹਾ ਵੀ ਜੇ ਤੁਸੀਂ ਇਹ ਗੱਲ ਕਰਦੇ ਹੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਕੀ ਇਹਨੂੰ ਤੁਸੀਂ ਪ੍ਰੈਸ 'ਚ ਲੈ ਕੇ ਆਉਂਗੇ? ਪਰ ਮੈਂ ਪ੍ਰੈਸ 'ਚ ਕਿਸੇ ਦਾ ਨਹੀਂ ਪੜ੍ਹਿਆ ਵੀ ਕਿਸੇ MLA ਨੇ ਇਹ ਖਬਰ ਦਿੱਤੀ ਹੋਵੇ ਕਿ ਜੇਕਰ ਸਾਡੀ ਸਰਕਾਰ ਆ ਗਈ ਤਾਂ ਅਸੀਂ ਇੱਕ MLA ਜਿਹੜਾ ਪਹਿਲਾਂ ਜਿੱਤਿਆ ਹੋਇਆ ਜਾਂ ਸਾਬਕਾ MLA ਹੈ, ਉਹਦੇ ਜਿਉਣ ਲਈ ਜਿੰਨੀ ਕੁ ਮਿਨੀਮਮ ਅਮਾਊਂਟ ਲੋੜ ਹੈ ਓਨੀ ਕੁ ਤੈਅ ਕਰਾਂਗੇ। ਇਹ ਚੀਜ਼ਾਂ ਉਸ ਚੀਜ਼ ਨੂੰ ਉਤਸ਼ਾਹਤ ਕਰਦੀਆਂ ਨੇ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਬਾਦਲ ਸਾਹਿਬ ਇੰਨੀਆਂ ਪੈਨਸ਼ਨਾਂ ਲੈਂਦੇ ਨੇ। ਦੂਜਾ ਇਹ ਹੈ ਵੀ ਇਹ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਤਾਂ ਕਰ ਰਹੀਆਂ ਨੇ ਕਿਉਂਕਿ ਇਹ ਪਿਤਾ ਪੁਰਖੀ ਸਿਸਟਮ ਦੇ ਵਿੱਚ ਇਸ ਕਰਕੇ ਅਟਰੈਕਟ ਕਰ ਰਹੀਆਂ ਨੇ ਕਿਉਂਕਿ ਜਿਹੜੀ ਸਿਆਸਤ ਹੈ ਨਾ, ਸੇਵਾ ਨੂੰ ਛੱਡ ਕੇ ਉਹ ਵੱਡਾ ਵਪਾਰ ਬਣ ਗਈ ਹੈ। ਉਹ ਵਪਾਰ ਕਰਕੇ ਹਰ ਇੱਕ ਨੂੰ ਲੱਗੇਗਾ। ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਇਹ ਪ੍ਰਚਾਰਿਆ ਜਾ ਰਿਹਾ ਹੈ। ਕੁਝ ਲੋਕ ਹੈ ਇੱਦਾਂ ਦੇ ਜਿਹੜਿਆਂ ਨੂੰ ਕਈ ਟਿਕਟਾਂ ਮਿਲ ਗਈਆਂ ਨੇ ਔਰ ਉਹ ਤੇ ਸਗੋਂ ਇਹ ਦੱਸਦੇ ਨੇ ਵੀ ਹੁਣ ਤੁਹਾਨੂੰ ਸਮਝ 'ਚ ਆ ਗਈ ਹੋਊਗੀ ਵੀ ਭਾਈ ਅਸੀਂ ਕਿੰਨੇ ਅਸਰਦਾਰ ਆ, ਇਸ ਕਰਕੇ ਹੁਣ ਸਾਡੀ ਪਹਿਲਾਂ ਨਾਲੋਂ ਪੋਜੀਸ਼ਨ ਬਹੁਤ ਵਧੀਆ ਹੈ, ਇਸ ਕਰਕੇ ਤੁਸੀਂ ਸਾਨੂੰ ਜ਼ਰੂਰ ਜਿਤਾਓ। ਤੇ ਕੁਛ ਐਦਾਂ ਦੀ ਹੈ ਕਿ ਕਈ ਥਾਵਾਂ ਤੇ ਅਸੀਂ ਕੁਣਬਾ ਪਰਬਰੀ ਨਾਲ ਰਿਸ਼ਤੇਦਾਰੀ ਨੂੰ ਜੋੜ ਰਹੇ ਹਾਂ। ਇੱਕ ਅਖਬਾਰਾਂ 'ਚ ਮੈਂ ਪੜ੍ਹ ਰਿਹਾ ਸੀ ਕਿ ਮੈਡਮ ਭੱਠਲ ਦੇ ਜੀ ਇੱਕ ਜਵਾਈ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ। ਉਹ ਪਹਿਲਾਂ ਵੀ ਪੋਲਿਟਿਕਸ 'ਚ ਕੰਮ ਕਰਦੇ ਸੀ। ਬਿਕਰਮਜੀਤ ਸਿੰਘ ਬਾਜਵਾ। ਹੋ ਸਕਦਾ ਹੈ, ਮੈਂ ਇਹਨੂੰ ਨਾ ਨਹੀਂ ਕਰਦਾ, ਹੋ ਸਕਦਾ ਹੈ ਕਿ ਉਹਦੇ ਵਿੱਚ ਮੈਡਮ ਭੱਠਲ ਦਾ ਅਸਰ ਕਰਕੇ ਹੀ ਉਹਨਾਂ ਨੂੰ ਟਿਕਟ ਮਿਲੀ ਹੋਵੇ। ਪਰ ਉਹ ਇੱਕ ਹੋਰ ਪਰਿਵਾਰ ਹੈ। ਜੇ ਇਹ ਪਰਿਵਾਰ ਦਾ ਦਾਇਰਾ ਸਾਡਾ ਇਹ ਲਗਾਉਂਦੇ ਆ ਫਿਰ ਤੇ ਮਤਲਬ ਇੱਕ ਬਾਦਲ ਸਾਹਿਬ ਹੋ ਗਏ,
ਇੱਕ ਬਾਦਲ ਸਾਹਿਬ ਦਾ ਬੇਟਾ ਹੋ ਗਿਆ, ਇੱਕ ਬਾਦਲ ਸਾਹਿਬ ਦਾ ਭਤੀਜਾ ਹੋ ਗਿਆ, ਇੱਕ ਬਾਦਲ ਸਾਹਿਬ ਦੀ ਨੂੰਹ ਹੋ ਗਈ, ਇੱਕ ਬਾਦਲ ਸਾਹਿਬ ਦਾ ਜਵਾਈ ਹੋ ਗਿਆ, ਇੱਕ ਬਾਦਲ ਸਾਹਿਬ ਦੇ ਜਵਾਈ ਵੱਲੋਂ ਉਹਦੀ ਵਾਈਫ ਤੇ ਬਾਦਲ ਸਾਹਿਬ ਦੀ ਬੇਟੀ ਲਈ ਇੱਕ ਹੋਰ ਟਿਕਟ ਮੰਗੀ ਜਾ ਰਹੀ ਸੀ, ਜਿਹੜੀ ਬਲਟੋਆ ਨੂੰ ਦੇਤੀ। ਉਹਨਾਂ ਦੀ ਬੜੀ ਲੜਾਈ ਪਈ ਹੈ, ਤੁਸੀਂ ਪ੍ਰੈਸ 'ਚ ਪੜ੍ਹੀ ਹੋਏਗੀ। ਪਰਨੀਤ ਕੌਰ ਹੋਰ ਮੰਗਦੇ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਲੱਗਦਾ, ਇੱਕ ਬੱਬੀ ਬਾਦਲ ਹੋ ਗਿਆ, ਉਹ ਵੀ ਪੋਲੀਟਿਕਸ 'ਚ ਇੱਕ ਵੱਡਾ ਨਾਂ ਬਣ ਗਿਆ ਸੀ। ਅੱਜ ਕੱਲ੍ਹ ਕਿੱਥੇ ਆ ਮੈਨੂੰ ਨਹੀਂ ਪਤਾ। ਮੈਂ ਕਿੰਨੇ ਬਾਦਲ ਮੈਂ ਤੁਹਾਨੂੰ ਪਹਿਲਾਂ ਗਿਣਾਤੇ, ਇੱਕ ਪਰਮਜੀਤ ਸਿੰਘ ਲਾਲੀ ਬਾਦਲ ਹੈ, ਇੱਕ ਮਹੇਸ਼ਿੰਦਰ ਬਾਦਲ ਹੈ, ਇੱਕ ਦੀਪਿੰਦਰ ਬਾਦਲ ਸੀਗਾ। ਸੋ ਉਹਨਾਂ ਦੇ ਅੱਗੇ ਰਿਸ਼ਤੇਦਾਰ ਜੇ ਜੋੜਨੇ ਨੇ, ਜਨਮੇਜਾ ਸਿੰਘ ਉਹਨਾਂ ਦਾ ਰਿਸ਼ਤੇਦਾਰ ਹੈ, ਇੱਕ ਜਗਮੀਤ ਬਰਾੜ ਉਹਨਾਂ ਦਾ ਰਿਸ਼ਤੇਦਾਰ ਹੈ। ਜੇ ਐਂ ਪਰਿਵਾਰ ਗਿਣਨੇ ਨੇ ਨਾ, ਇਹ ਤਾਂ ਮੈਨੂੰ ਲੱਗਦਾ ਵੀ ਕਿਤੇ ਆਏ ਨਾ ਹੋਵੇ ਵੀ ਇੱਕੋ ਪਰਿਵਾਰ ਦੇ ਕਿਤੇ 34-35 ਲੱਭ ਜਾਣ ਤੁਹਾਨੂੰ। ਜਗਵੀਰ ਬਰਾੜ, ਹਾਂ ਜਗਬੀਰ ਬਰਾੜ ਕਹਿ ਲਓ। ਈਵਨ ਮਤਲਬ ਜਗਮੀਤ ਬਰਾੜ ਵੀ ਰਿਸ਼ਤੇਦਾਰੀ ਸੀ ਕਿਸੇ ਦੀ, ਉਹ ਕਈ ਕਿਸਮ ਨਾਲ ਉਹਦੀਆਂ ਰਿਸ਼ਤੇਦਾਰੀਆਂ ਨਿਕਲਦੀਆਂ ਨੇ। ਇਹ ਇਸ ਦੇ ਵਿੱਚ ਬਹੁਤ ਕੁਛ ਘਾਲਾ-ਮਾਲਾ ਹੈ, ਇਹ ਇੰਨਾ ਈਜ਼ੀ ਨਹੀਂ ਹੈਗਾ। ਇਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇਹ ਬੰਦੇ ਆਈਡੀਓਲੋਜੀ ਨਾਲ ਨਹੀਂ ਖੜੇ। ਮਤਲਬ ਜੇ ਕਿਤੇ ਜਿੰਨਾ ਪਰਿਵਾਰ ਬਾਦਲ ਸਾਹਿਬ ਦਾ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਜੇ ਸੱਚੀ ਮੁੱਚੀ ਸੱਚੇ ਸਿੱਖ ਹੁੰਦੇ, ਮਤਲਬ ਇਹਦਾ ਪੰਥ ਸੁਧਰ ਜਾਣਾ ਸੀ ਸਾਰਾ ਹੁਣ ਤੱਕ। ਸੋ ਇਹਦਾ ਕਾਰਨ ਇਹ ਨਹੀਂ, ਇਹ ਜੇ ਆਪਾਂ ਕਹੀਏ ਨਾ ਕਿ ਵੱਡੇ ਬਿਜ਼ਨਸ ਅੰਪਾਇਰ ਖੜੇ ਹੋ ਗਏ, ਇਹ ਐਦਾਂ ਦੀ ਗੱਲ ਹੈ। ਜੇ ਆਪਾਂ ਕਹੀਏ ਕਿ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ, ਜਿਵੇਂ ਆਪਾਂ ਕਹੀਏ ਟਾਟਾਸ, ਬਿਰਲਾਸ, ਇਹ ਗਰੁੱਪ ਨੇ, ਉਹਨਾਂ ਨੇ ਵੱਡੇ ਵੱਡੇ ਬਿਜ਼ਨਸ ਸ਼ੁਰੂ ਕਰ ਲਏ। ਵੱਡੇ ਬਿਜ਼ਨਸ ਸ਼ੁਰੂ ਕਰਕੇ ਉਹਨਾਂ ਨੇ ਕੀ ਕਰਿਆ, ਉਹਨਾਂ ਨੂੰ ਅਸੀਂ ਲਾਈਨਸ ਕਹਿ ਦਿੰਦੇ ਹਾਂ, ਬਿਜ਼ਨਸ ਲਾਈਨਸ। ਕਿ ਇੱਕ ਮੁੰਡੇ ਨੂੰ ਕਿਹਾ ਵੀ ਤੂੰ 에ਅਰਬੇਜ਼ ਦੇਖ ਲੈ, ਦੂਜੇ ਨੂੰ ਕਿਹਾ ਕਿ ਤੂੰ ਮਹਿੰਦਰਾ ਜੀਪ ਦੇਖ ਲੈ ਭਾਈ, ਤੀਜੇ ਨੂੰ ਕਿਹਾ ਕਿ ਆਪਾਂ ਜਿਹੜਾ ਟਰੈਕਟਰ ਬਣਾ ਰਹੇ ਹਾਂ ਇਹਦਾ ਸਾਰਾ ਕੁਝ ਤੂੰ ਦੇਖੇਗਾ, ਚੌਥੇ ਨੂੰ ਕਿਹਾ ਵੀ ਜਿੰਨੇ ਕੁ ਪੈਟਰੋਲ ਪੰਪਾਂ ਦਾ ਕੰਮ ਹੈ ਲੁਬਰੀਕੈਂਟਸ ਦਾ ਇਹ ਤੂੰ ਦੇਖੇਗਾ। ਮਤਲਬ ਇਹ ਐਦਾਂ ਦਾ ਬਿਜ਼ਨਸ ਬਣ ਗਿਆ ਕਿ ਤੂੰ ਮਾਝਾ ਦੇਖ ਲੈ, ਤੂੰ ਦੁਆਬਾ ਦੇਖ ਲੈ, ਤੂੰ ਆਹ ਦੇਖ ਲੈ, ਤੂੰ ਆਹ ਸੈਕਸ਼ਨ ਦੇਖ ਲੈ, ਤੂੰ ਚੇਅਰਮੈਨ ਕਿਹੜੇ ਕਿਹੜੇ ਲਾਉਣੇ ਨੇ ਤੈਨੂੰ ਇਹ ਮਹਿਕਮਾ ਦੇ ਦਿੰਦੇ ਆ। ਔਰ ਇਸ ਦੇ ਵਿੱਚ ਇੱਕ ਬਿਜ਼ਨਸ ਹੋਰ ਵੱਡੀਆਂ ਪਾਰਟੀਆਂ ਦਾ ਜਿਹੜਾ ਬਹੁਤ ਕਮਾਲ ਦਾ ਹੈ, ਜਿਹੜਾ ਪੰਜਾਬ 'ਚ ਜਿਹਦਾ ਬਹੁਤ ਚਰਚਾ ਹੋ ਰਿਹਾ, ਸੱਚ ਕੀ ਹੈ ਉਹ ਹਲੇ ਸਾਹਮਣੇ ਨਹੀਂ ਆਉਣਾ। ਉਹ ਇਹ ਹੈ ਕਿ ਦੋਨੇ ਪਾਰਟੀਆਂ ਵੱਲੋਂ, ਬੀਜੇਪੀ ਵੀ ਕਾਂਗਰਸ ਵੀ, ਜਿਹੜਾ ਇੱਕ ਨਵਾਂ ਸਿਸਟਮ ਚੱਲਿਆ ਕਿ ਇੱਕ ਤਾਂ ਸਟੇਟ ਦਾ ਪ੍ਰਧਾਨ ਹੋਊਗਾ, ਕਿ ਇੱਕ ਉੱਥੇ ਜੀ ਉਹ ਸਟੇਟ ਦਾ ਪ੍ਰਭਾਰੀ ਲਾਉਣਾ ਹੈ। ਤੇ ਉਹ ਪ੍ਰਭਾਰੀਆਂ ਬਾਰੇ ਵੀ ਕਈ ਕਿਸਮ ਦਾ ਰੌਲਾ ਪੈਂਦਾ। ਹੁਣ ਮੈਨੂੰ ਨਹੀਂ ਪਤਾ ਸੱਚ ਕੀ ਹੈ, ਕਿ ਉਹ ਵੀ ਚੰਗੇ ਟਰੱਕ ਭਰ ਕੇ ਲੈ ਜਾਂਦੇ ਨੇ ਇੱਧਰੋਂ ਉੱਧਰੋਂ। ਤੇ ਪ੍ਰਭਾਰੀਆਂ ਦੀ ਅੱਗੇ ਹੁੰਦਾ ਕਿ ਇਹ ਪ੍ਰਭਾਰੀ, ਇਹ ਸਹਿ ਪ੍ਰਭਾਰੀ। ਉਹ ਅੱਗੇ ਮੈਂ ਉਹਦੇ ਵਿੱਚੋਂ ਆਪਣੀ ਜਿਹੜੀ ਆ ਨਵੀਂ ਪਾਰਟੀ ਹੈ, ਇਹਨਾਂ ਦੇ ਵੀ ਪ੍ਰਭਾਰੀ ਸਹਿ ਪ੍ਰਭਾਰੀ ਨੇ। ਮਤਲਬ ਉਹਨਾਂ 'ਚ ਇੰਨੇ ਕਮਾਲ ਦੇ ਚਰਚੇ ਨੇ। ਸੋ ਮੈਂ ਜੇ ਤੁਹਾਨੂੰ ਦੂਜੇ ਰੂਪ 'ਚ ਕਹਾਂ ਕਿ ਇਹ ਪੋਲੀਟਿਕਸ ਦੇ ਵਿੱਚ ਜਿਹੜਾ ਅੱਗੇ ਬੱਚਿਆਂ ਦਾ ਉਸ ਥਾਂ ਤੇ ਆਉਣਾ, ਜਿੰਨਾ ਚਿਰ ਇਹ ਬਿਜ਼ਨਸ ਨਾ ਹੋ ਕੇ ਕਮਿਊਨਿਟੀ ਸਰਵਿਸ ਹੋਵੇ, ਮੈਨੂੰ ਨਹੀਂ ਲੱਗਦਾ ਬਹੁਤ ਸਾਰੇ ਪੋਲੀਟੀਸ਼ੀਅਨ ਦੇ ਬੱਚੇ ਨਹੀਂ ਆਉਣਗੇ, ਕਿਉਂਕਿ ਉੱਥੇ ਉਹਨਾਂ ਨੂੰ ਓਪਰਚੁਨਿਟੀ ਮਿਲਦੀ ਆ, ਉਹ ਆਪੋ ਆਪ ਦੇ ਵਪਾਰ 'ਚ ਫਿੱਟ ਹੋ ਜਾਣਗੇ। ਪਰ ਜੇਕਰ ਇਹੀ ਵਪਾਰ ਹੈ ਫਿਰ ਉਹ ਜ਼ਰੂਰ ਆਉਣਗੇ। ਉਹਨਾਂ ਨੂੰ ਪਤਾ ਹੈ ਕਿ ਇਸ ਮਹਿਕਮੇ 'ਚ, ਇਸ ਅਦਾਰੇ 'ਚ, ਔਰ ਕਈ ਘਰਾਂ 'ਚ ਤਾਂ ਪ੍ਰੋਬਲਮਸ ਆ ਰਹੀਆਂ ਨੇ। ਕਿਸੇ ਦਾ ਭਾਣਜਾ, ਕਿਸੇ ਦਾ ਭਤੀਜਾ, ਕਿਸੇ ਦਾ ਹੋਰ ਦੂਰੋਂ ਰਿਸ਼ਤੇਦਾਰ, ਸਾਲੇ ਦਾ ਮੁੰਡਾ, ਉਹ ਜਿਹੜੇ ਨਾਲ ਕੰਮ ਕਰਦੇ ਸੀ ਨਾ, ਉਹ ਛੱਡ ਕੇ ਭੱਜ ਗਏ ਜਦੋਂ ਉਹਨਾਂ ਨੂੰ ਲੱਗਦਾ ਨਾ ਵੀ ਸਾਡੀ ਤਾਂ ਵਾਰੀ ਨਹੀਂ ਆਉਣੀ, ਇਹਦਾ ਇਸੇ ਪਰਿਵਾਰ 'ਚ ਚੱਲੂ ਕੰਮ। ਕਈ ਥਾਵਾਂ ਤੇ ਮਤਲਬ ਇਹਨਾਂ ਦੇ ਕਿੰਨੀਆਂ ਉਦਾਹਰਨਾਂ ਦੇਵਾਂ। ਜੇ ਆਪਾਂ ਕਹੀਏ ਕਿ ਮਨਪ੍ਰੀਤ ਸਿੰਘ ਬਾਦਲ ਬਾਦਲਾਂ ਤੋਂ ਅੱਡ ਹੋਏ, ਕੋਈ ਬੰਦਾ ਇਸ ਗੱਲ ਦਾ ਜਵਾਬ ਦੇ ਸਕਦਾ ਕਿ ਨਹੀਂ ਜੀ ਹੁਣ ਉਹਨਾਂ ਨੂੰ ਕਾਂਗਰਸ ਦੀ ਆਈਡੀਓਲੋਜੀ ਚੰਗੀ ਲੱਗੀ, ਪਹਿਲਾਂ ਉਹ ਪੰਥਕ ਆਈਡੀਓਲੋਜੀ ਤੇ ਚੱਲਦੇ ਸੀ। ਉਹ ਇਸੇ ਕਰਕੇ ਅੱਡ ਹੋਏ ਹੋਣਗੇ ਨਾ ਵੀ ਇਹ, ਕਿਉਂਕਿ ਜਦੋਂ ਉਹਨਾਂ ਨੂੰ ਉਭਾਰਿਆ ਗਿਆ ਉਦੋਂ ਸ਼ਾਇਦ ਉਹ ਖੁਸ਼ ਸੀ ਕਿ ਅਗਲਾ ਮੁੱਖ ਮੰਤਰੀ ਦਾ ਉਮੀਦਵਾਰ ਮੈਂ ਹੋਵਾਂਗਾ। ਪਰੰਤੂ ਜਦੋਂ ਲੱਗਿਆ ਕਿ ਅਗਲਾ ਮੁੱਖ ਮੰਤਰੀ ਦਾ ਉਮੀਦਵਾਰ ਤਾਂ ਉਹਨਾਂ ਦਾ ਆਪਦਾ ਬੇਟਾ ਆ ਗਿਆ, ਫਿਰ ਉਹਨਾਂ ਨੇ ਆਪਣੀ ਜ਼ਮੀਨ ਤਲਾਸ਼ਣੀ ਸ਼ੁਰੂ ਕੀਤੀ ਵੀ ਆਪਾਂ ਕਿਸੇ ਹੋਰ ਪਾਰਟੀ 'ਚ ਦੇਖੀਏ। ਹੋਰ ਪਾਰਟੀ ਵਾਲਿਆਂ ਨੇ ਵੀ ਲੈ ਲਿਆ। ਹੋਰ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਉਸੇ ਨੂੰ ਕਿਉਂ ਲੈ ਲਿਆ? ਉਹਦੀ ਥਾਂ ਤੇ ਕੋਈ ਬੰਦਾ ਹੋਰ ਪਹਿਲੇ ਵਾਰੀ ਨਾ ਜਿੱਤਦਾ, ਦੂਜੀ ਵਾਰੀ ਜਿੱਤ ਜਾਂਦਾ। ਉਹਦਾ ਕਾਰਨ ਵੀ ਇਹੀ ਹੈ ਕਿ ਦੂਜੀ ਪਾਰਟੀ ਵਾਲਿਆਂ ਨੂੰ ਵੀ ਪਤਾ ਹੈ ਵੀ ਅਸਲ 'ਚ ਜਿਵੇਂ ਨਾ ਇੱਕ ਜਿਹੜੀ ਆਰਗੇਨਾਈਜੇਸ਼ਨ ਹੈ, ਤੁਹਾਡਾ ਆਹ ਲੋਕਰਾਣ ਚੈਨਲ ਹੈ, ਜੇ ਤੁਹਾਡੇ ਚੈਨਲ ਨੂੰ ਕੱਲ੍ਹ ਨੂੰ ਤੁਹਾਡੇ ਨਾਲੋਂ ਵਧੀਆ ਬੰਦਾ ਮਿਲਦਾ ਹੋਵੇ ਜਿਹੜਾ ਉਹਨਾਂ ਨੂੰ ਜ਼ਿਆਦਾ ਕਮਾ ਕੇ ਦੇਵੇ, ਤੇ ਉਹਨੂੰ ਲੈ ਲੈਣਗੇ। ਮਤਲਬ ਇਹ ਆਹੀ ਰੌਲਾ ਹੈ ਸਾਰਾ। ਮਤਲਬ ਪੋਲੀਟਿਕਸ 'ਚ ਦੂਜਿਆਂ ਨੂੰ ਤਾਂ ਲੈਂਦੇ ਨੇ ਕਿਉਂਕਿ ਉਹ ਬੰਦਿਆਂ 'ਚ ਪੈਸੇ ਕਮਾਉਣ ਦੀ ਯੋਗਤਾ ਜ਼ਿਆਦਾ ਹੈ।
ਉਹ ਪਾਰਟੀ ਨੂੰ ਬਹੁਤ ਕੁਝ ਕਮਾ ਕੇ ਦੇ ਸਕਦੇ ਨੇ। ਮੇਰੇ ਵਰਗਾ ਬੰਦਾ ਪੈਸੇ ਉਦਾਂ ਕਮਾ ਕੇ ਨਹੀਂ ਦੇ ਸਕਦਾ। ਕੋਈ ਇੱਕ ਅੱਧੀ ਸੀਟ ਜੇ ਜਿੱਤੇ ਵੀ ਤਾਂ ਲੋਕ ਜਿਤਾ ਦੇਣ, ਪਿਆ ਜਿੱਤ ਜਾਵੇ, ਅਦਰਵਾਈਜ਼ ਪਾਰਟੀ ਨੂੰ ਪੈਸੇ ਨਹੀਂ ਨਾ ਦੇ ਸਕਦਾ। ਸੋ ਇਸ ਕਰਕੇ ਇਹ ਦੂਜੇ ਜਿਹੜੇ ਵੱਡੇ ਵੱਡੇ ਪਰਿਵਾਰਾਂ ਨੂੰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਬ੍ਰਾਂਡਿੰਗ ਦੀ ਇੰਨੀ ਪ੍ਰੋਬਲਮ ਆ ਗਈ ਕਿ ਜੇਕਰ ਸਾਡੇ ਕਿਸੇ ਮੌਜੂਦਾ ਜਾਂ ਪੁਰਾਣੇ ਪ੍ਰਧਾਨ ਮੰਤਰੀ ਦੀ ਪਤਨੀ ਜਾਂ ਬੇਟਾ ਬਾਗੀ ਹੋ ਕੇ ਉਸ ਪਾਰਟੀ ਦੀ ਨਿੰਦਾ ਕਰਕੇ ਦੂਜੀ ਪਾਰਟੀ ਜਾਣਾ ਚਾਹਵੇ, ਸਾਰੇ ਭੱਜ ਕੇ ਲੈ ਲੈਣਗੇ, ਕਿਉਂਕਿ ਬ੍ਰਾਂਡਿੰਗ ਵਿਕਦੀ ਹੈ ਉਹਦੀ ਨਾ। ਸੋ ਇਸ ਕਰਕੇ ਇਹਦੇ ਮੇਜਰ ਕਾਰਨ ਆਹ ਨੇ ਕਿ ਉਹ ਕਮਾਈ ਦਾ ਜ਼ਰੀਆ ਬਣ ਗਿਆ। ਜਿਵੇਂ ਆਪਾਂ ਇੱਕ ਕਿਸੇ ਕੰਪਨੀ ਦਾ ਚੰਗਾ CEO ਹੈ ਨਾ, ਉਹਨੂੰ ਦੂਜੀ ਕੰਪਨੀ ਲੈ ਜਾਂਦੀ ਹੈ। ਮਤਲਬ ਹੁਣ ਇਹ ਪਾਰਟੀਆਂ ਸਾਰੀਆਂ ਇਹ ਕੰਪਨੀਆਂ ਬਣ ਗਈਆਂ ਤੇ ਜਿਹੜੇ ਇਹਨਾਂ ਦੇ CEO, ਜਿਹੜੇ ਇਹਨਾਂ ਦੇ ਰੀਜਨਲ ਮੈਨੇਜਰ, ਜਿਹੜੇ ਇਹਨਾਂ ਦੇ ਵੱਡੇ ਮੈਨੇਜਰ ਨੇ, ਜਦੋਂ ਉਹ ਦੂਜੀ ਪਾਰਟੀ 'ਚ ਜਾਂਦੇ ਨੇ ਤੇ ਉਦੋਂ ਹੀ ਉਹ ਸਾਰਿਆਂ ਨੂੰ ਕਹਿੰਦੇ ਨੇ ਵੀ ਆ ਜਾਓ। ਤੁਸੀਂ ਦੇਖੋ ਕਮਾਲ ਦੀ ਗੱਲ, ਜਿੰਨਾ ਚਿਰ ਮਰਜ਼ੀ ਪਾਰਟੀ 'ਚ ਰਹਿਣ, ਜਿਹੜੇ ਬੰਦੇ ਕੱਲ੍ਹ ਇਹ ਕਹਿੰਦੇ ਸੀ ਵੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ, ਜਦੋਂ ਟਿਕਟ ਨਹੀਂ ਮਿਲਦੀ ਨਾਲ ਦੀ ਨਾਲ ਬੰਦੇ ਇਕੱਠੇ ਕਰਕੇ, ਮੈਂ ਉਹਨਾਂ ਸਾਰਿਆਂ ਦੇ ਬਹੁਤ ਸਾਰਿਆਂ ਦੇ ਭਾਸ਼ਣ ਸੁਣੇ ਨੇ, ਨਾਲ ਦੀ ਨਾਲ ਉਹ ਇਹ ਕਹਿੰਦੇ ਨੇ ਦੇਖੋ ਸਾਨੂੰ ਨਵਾਜਿਆ ਤੁਸੀਂ, ਪਹਿਲਾਂ ਪਾਰਟੀ ਨੇ ਨਵਾਜਿਆ ਸੀ, ਹੁਣ ਲੋਕਾਂ ਨੂੰ ਕਹਿੰਦੇ ਨੇ ਸਾਨੂੰ ਨਵਾਜਿਆ ਤੁਸੀਂ, ਸਾਡੀ ਤਾਕਤ ਤੁਸੀਂ, ਅਸੀਂ ਪਾਰਟੀ ਦੀ ਪਰਵਾਹ ਨਹੀਂ ਕਰਦੇ, ਜੇ ਤੁਸੀਂ ਸਾਡੇ ਨਾਲ ਖੜੇ ਹੋ ਅਸੀਂ ਆਜ਼ਾਦ ਖੜੇ ਹੋ ਜਾਂਦੇ ਹਾਂ। ਮਤਲਬ ਬੜੀ ਕਮਾਲ ਦੀ ਗੱਲ ਹੈ ਜੀ। ਕੱਲ ਪਾਰਟੀ ਸੁਪਰੀਮ ਸੀ, ਅੱਜ ਲੋਕ ਸੁਪਰੀਮ ਨੇ। ਚੰਗਾ ਹੋਵੇ ਉਹ ਲੋਕ ਡਿਸਾਈਡ ਕਰ ਲੈਣ ਕਿ ਪਾਰਟੀ ਦੀ ਪਰਵਾਹ ਹੀ ਨਾ ਕਰਨ, ਉਹ ਕਹਿਣ ਵੀ ਸਾਡੇ ਤਾਂ ਲੋਕ ਸੁਪਰੀਮ ਨੇ, ਲੋਕਾਂ ਨਾਲ ਰਹੋ, ਫਿਰ ਪਾਰਟੀ ਦੀ ਕਿਉਂ? ਕੋਈ ਵੀ MLA ਧਾਲੀਵਾਲਾ ਸਾਹਿਬ ਐਂ ਤਾਂ ਨਹੀਂ ਕਹਿੰਦਾ ਹੈਗਾ ਕਿ ਮੈਂ ਆਪਣੀ ਸੀਟ ਜਿੱਤ ਕੇ ਲੋਕਾਂ ਦੀ ਝੋਲੀ ਪਾਉਂਗਾ, ਉਹ ਕਹਿੰਦਾ ਕਿ ਮੈਂ ਹਾਈ ਕਮਾਂਡ ਦੀ ਝੋਲੀ ਪਾਉਂਗਾ ਸੀਟ ਜਿੱਤ ਕੇ। ਇੱਥੋਂ ਹੀ ਪਤਾ ਲੱਗਦਾ ਨਾ ਉਹਦੇ ਵਿੱਚ ਜਿਹੜੇ ਉਹ ਲੋਕ ਵੀ ਖੜੇ ਕੀਤੇ ਨੇ ਨਾ, ਉਹ ਲੋਕ ਜਿਵੇਂ ਆਪਾਂ ਹਰਾਰਕੀ 'ਚ ਕਹਿੰਦੇ ਆ ਕਿ ਰੀਜਨਲ ਮੈਨੇਜਰ ਦੇ ਥੱਲੇ ਫਿਰ ਇੱਕ ਹੋਰ ਮੈਨੇਜਰ, ਫਿਰ ਏਰੀਆ ਮੈਨੇਜਰ, ਫਿਰ ਜ਼ਿਲ੍ਹਾ ਮੈਨੇਜਰ, ਫਿਰ ਤਹਿਸੀਲ ਮੈਨੇਜਰ, ਸਾਰੀ ਇੱਦਾਂ ਹਰਾਰਕੀ ਖੜੀ ਕੀਤੀ ਹੋਈ ਹੈ। ਤੇ ਪੋਲੀਟਿਕਸ ਇੱਕ ਪ੍ਰੋਫੈਸ਼ਨ ਬਣ ਗਿਆ, ਇਹ ਇੱਕ ਆਮਦਨ ਦਾ ਧੰਦਾ ਬਣ ਗਿਆ ਨੀਚੇ ਤੋਂ ਉੱਪਰ ਤੱਕ। ਜੇ ਮੈਂ ਵੀ ਕੱਲ ਨੂੰ ਕਿਤੇ ਪੋਲੀਟੀਕਲ ਪਾਰਟੀ 'ਚ ਰਲਾਂ ਤਾਂ ਮੈਨੂੰ ਵੀ ਐਂ ਲੱਗੂਗਾ ਵੀ ਆਪਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਬਣ ਜਾਵਾਂਗੇ, ਆਪਾਂ ਆਹ ਬਣ ਜਾਵਾਂਗੇ, ਉਹਦੇ ਬਣ ਜਾਵਾਂਗੇ, ਤੇ ਉੱਥੋਂ ਆਪਣਾ ਜ਼ਿੰਦਗੀ ਦਾ ਜਿਹੜਾ ਰੁਜ਼ਗਾਰ ਹੈ ਆਰਾਮ ਨਾਲ ਚੱਲੀ ਜਾਏਗਾ। ਇਹ ਤਾਂ ਅੱਜ ਕੱਲ੍ਹ ਜੋਕ ਬਣ ਗਿਆ। ਕਿਸੇ ਨੂੰ ਦੱਸੋ ਨਾ ਵੀ ਮਤਲਬ ਤੂੰ ਕੀ ਕਰਦਾ ਹੈ, ਉਹ ਕਹਿੰਦਾ ਜੀ ਮੈਂ ਵਿਹਲਾ। ਪੜ੍ਹਿਆ ਕਿੰਨਾ ਹੈ? ਕਹਿੰਦਾ ਜੀ MA ਕੀਤਾ ਸੀ। ਕਿੰਨਾ ਕੁ ਚਿਰ ਹੋ ਗਿਆ? ਕਹਿੰਦਾ ਜੀ 2 ਸਾਲ ਹੋ ਗਏ। ਤੂੰ ਕੋਈ ਪੋਲੀਟੀਕਲ ਪਾਰਟੀ ਕਿਉਂ ਨਹੀਂ ਜੁਆਇਨ ਕਰ ਲੈਂਦਾ? ਮਤਲਬ ਲੋਕ ਐਦਾਂ ਦੇ ਜੋਕ ਬਣ ਗਏ ਵੀ ਉਹਦਾ ਅਰਥ ਇਹ ਹੈ ਕਿ ਜੇਕਰ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰ ਲਓ ਤਾਂ ਮਤਲਬ ਜਿਹੜਾ ਲਿਵਲੀਹੁੱਡ ਹੈ ਤੁਹਾਡਾ, ਰੁਜ਼ਗਾਰ ਹੈ, ਉਹ ਤਾਂ ਵਧੀਆ ਚੱਲ ਪਏਗਾ। ਬਾਕੀ ਪਤਾ। ਸੋ ਇਹ ਸਿੱਧੀ ਗੱਲ ਹੈ। ਔਰ ਉਹ ਰੁਜ਼ਗਾਰ ਦਾ ਧੰਦਾ ਕੀ ਹੈ ਕਿ ਜਿਹੜੇ ਜਿਹਨੂੰ ਤੁਸੀਂ ਲੀਡਰ ਮੰਨਦੇ ਹੋ, ਚਾਹੇ ਉਹ MLA ਹੈ, ਚਾਹੇ MLA ਤੋਂ ਛੋਟਾ ਲੀਡਰ ਹੈ, ਸਿੰਪਲ ਤੁਸੀਂ ਉਹਨੂੰ ਦੱਸਣਾ ਵੀ ਮੈਂ ਤੈਨੂੰ ਇੰਨੇ ਕਮਾ ਕੇ ਦੇਵਾਂਗਾ। ਉਹ ਕਹਿੰਦਾ ਤੂੰ ਜੋ ਮਰਜ਼ੀ ਕਰ ਲਈ। ਮਤਲਬ ਇਹ ਇਸੇ ਕਰਕੇ ਆ ਦੋਸ਼ ਲੱਗਦੇ ਨੇ ਵੀ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਨੂੰ ਗੁੰਡਿਆਂ ਦੀ ਲੋੜ ਹੈ, ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਨੂੰ ਉਹ ਬੰਦਿਆਂ ਦੀ ਲੋੜ ਹੈ ਜਿਹੜੇ ਲੋਕਾਂ ਦੇ ਪਲਾਟਾਂ ਤੇ ਕਬਜ਼ਾ ਕਰਕੇ ਵੇਚ ਕੇ ਅੱਗੇ ਕੁਛ ਦੇਈ ਜਾਣ। ਇਹਦੇ ਬਾਰੇ ਮੇਰਾ ਨਹੀਂ ਖਿਆਲ ਕਿਤੇ ਕੋਈ ਲੁੱਕ ਹੈ। ਇਹ ਇਕੱਲੇ ਪੰਜਾਬ 'ਚ ਨਹੀਂ, ਪੰਜਾਬ 'ਚ ਵੱਧ ਘੱਟ ਹੋ ਸਕਦਾ ਵੀ ਉਰੇ ਸ਼ਾਇਦ ਵੱਧ ਹੋਵੇ, ਦੂਜੀਆਂ ਸਟੇਟਾਂ 'ਚ ਘੱਟ ਹੋਵੇ, ਇਹ ਸਾਰੇ ਕਿਤੇ ਹੈ। ਇਸ ਕਰਕੇ ਜਿਵੇਂ ਬਿਜ਼ਨਸ ਦੇ ਵਿੱਚ ਕੋਈ ਨਹੀਂ ਚਾਹੁੰਦਾ ਕਿ ਕਿਸੇ ਆਮ ਆਦਮੀ ਨੂੰ ਉਹਨੂੰ ਕਵੇ ਵੀ ਹੁਣ ਅੱਜ ਕੱਲ੍ਹ ਤੋਂ ਮੇਰਾ ਬਿਜ਼ਨਸ ਹੈਡ ਤੂੰ, ਇਸ ਕਰਕੇ ਇਹ ਬਿਜ਼ਨਸ ਬਣ ਗਿਆ। ਇਹ ਜਿੱਥੇ ਜਿੱਥੇ ਉਹਦੇ ਸੈਂਟਰ ਨੇ ਉਹ ਸਾਰੇ ਸੈਂਟਰਾਂ ਤੇ ਆਪਣਾ ਪਰਿਵਾਰ ਬਿਠਾ ਲਿਆ ਜਾਂਦਾ। ਬਸ ਇੰਨੀ ਕੁ ਗੱਲ ਹੈ ਜੀ। ਬਿਲਕੁਲ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬੜੀ ਖੂਬ ਤੁਸੀਂ ਗੱਲ ਕੀਤੀ ਜੀ। ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਬੜਾ ਖੁੱਲ੍ਹ ਕੇ ਤੁਹਾਨੂੰ ਦੱਸਿਆ। ਮੈਂ ਤਾਂ ਕਹੂੰਗਾ ਕਿ ਰਾਜਨੀਤੀ MLA ਕੋਈ ਕਿਵੇਂ ਬਣਦਾ, ਕਿੰਨੇ ਪੈਸਿਆਂ ਨਾਲ ਬਣਦਾ, ਉਹ ਸਾਰੀ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਤੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਭੇਜਿਓ, ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।